ਉਹਨਾਂ ਦਾ ਅਸਲ ਵਿੱਚ ਟੀਚੇ ਕੀ ਨੇ? ਉਹਨਾਂ ਦਾ ਟੀਚਾ ਸਿਰਫ ਇੰਨਾ ਹੁੰਦਾ ਵੀ ਪੈਸਾ ਖਾਣਾ, ਫੰਡ ਖਾਣਾ, ਸਿੱਖਿਆ ਜਿੱਧਰ ਨੂੰ ਮਰਜ਼ੀ ਜਾਵੇ। ਅਸੀਂ ਸਾਨੂੰ ਇਹਦੇ ਬਾਰੇ ਕੋਈ ਪਤਾ। ਤੇ ਜਦੋਂ 26 ਸਾਲ ਹੋ ਗਏ ਭਰਤੀ ਨਹੀਂ, ਫਿਰ ਕਾਲਜ ਚੱਲਦੇ ਕਿਵੇਂ ਆ? ਫਿਰ ਕੌਣ ਹੁੰਦੇ ਆ ਪ੍ਰੋਫੈਸਰ? ਫਿਰ ਕੌਣ ਉੱਥੇ ਉੱਲੂ ਪੜਾਉਂਦੇ ਆ ਜਾਂ ਕੋਈ ਗਿਟਾਰਾਂ ਪੜਾਉਂਦੇ ਆ? ਕਿਸ ਤਰ੍ਹਾਂ ਫਿਰ ਪ੍ਰੋਫੈਸਰ ਹੁੰਦੇ? ਗੈਸਟ ਫੈਕਲਟੀ ਦੀ ਤਨਖਾਹ 15 ਤੋਂ 20 ਹਜ਼ਾਰ ਦੇ ਆਸ-ਪਾਸ ਹੁੰਦੀ ਹੈ ਤੇ ਉਹ ਵੀ 8 ਮਹੀਨੇ ਹੀ ਉਹਨਾਂ ਨੂੰ ਤਨਖਾਹ ਦੇਣੀ ਹੁੰਦੀ ਹੈ, ਜਿੰਨੇ ਕੁ ਮਹੀਨੇ ਕਾਲਜ ਲੱਗਦਾ। ਜਦੋਂ 2 ਮਹੀਨੇ ਛੁੱਟੀਆਂ, 2 ਮਹੀਨੇ ਪੇਪਰ ਨੇ, ਉਦੋਂ ਤਨਖਾਹਾਂ ਦੇਣੀਆਂ ਹੀ। ਪੰਜਾਬੀ ਮਾਂ ਬੋਲੀ ਦੇ ਵਾਰਸੋ, ਕੀ ਕਰਨਾ ਮਾਂ ਬੋਲੀਆਂ ਬਚਾ ਕੇ? ਤੁਸੀਂ ਅੰਗਰੇਜ਼ੀ ਸਿੱਖੋ, ਬਾਹਰਲੇ ਮੁਲਕਾਂ ਜਾਓ, ਦਿਹਾੜੀਆਂ ਦੱਪੇ ਕਰੋ, ਉਹ ਜ਼ਿਆਦਾ ਵਧੀਆ ਗੱਲ ਹੈ। ਇੱਕ ਜਿਹੜਾ ਹੈਗਾ ਤੁਹਾਡੀ ਯੂਨੀਵਰਸਿਟੀ ਹੈ, ਮੈਂ ਸੁਣਿਆ ਵੀ ਹੁਣ ਤੁਸੀਂ ਇੱਥੇ ਪੁੱਛਾਂ ਦਿਆ ਕਰੋ, ਮਤਲਬ ਕਿ ਜੋਤਿਸ਼ ਵਿੱਦਿਆ ਵਾਲੇ ਵੀ ਕੋਰਸ ਸ਼ੁਰੂ ਕਰਾਈ ਜਾਂਦੇ। ਉਹ ਵੀ ਸਰਕਾਰ ਨੇ ਆਪਦੇ ਫੰਡ ਚੋਂ ਨਹੀਂ ਦੇਣੀ। ਉਹ ਬੱਚਿਆਂ ਤੋਂ ਇੱਕ ਪੀਟੀਏ ਫੰਡ ਵਸੂਲਿਆ ਜਾਂਦਾ ਵਾ ਤੇ ਉਹ ਪੀਟੀਏ ਫੰਡ ਪਹਿਲਾਂ ਹੁੰਦਾ ਇਹ ਸੀ ਵੀ ਬੱਚੇ ਦੀ ਇੱਛਾ ਉੱਤੇ ਹੁੰਦਾ ਸੀ ਵੀ ਤੁਸੀਂ ਦੇਣਾ ਕਿ ਨਹੀਂ ਦੇਣਾ। 500 ਰੁਪਏ ਉਹ ਵੱਧ ਤੋਂ ਵੱਧ ਹੁੰਦਾ ਸੀ। ਅੱਜ ਉਹ ਵਧਾ ਕੇ 4 ਤੋਂ 5000 ਰੁਪਏ ਪ੍ਰਤੀ ਸਟੂਡੈਂਟ ਕੰਪਲਸਰੀ ਕਰ ਦਿੱਤਾ ਗਿਆ, ਜ਼ਰੂਰੀ ਕਰ ਦਿੱਤਾ ਗਿਆ ਵੀ ਬੱਚੇ ਨੇ ਦੇਣਾ ਹੀ ਦੇਣਾ। ਬੱਚੇ ਕਿਉਂ ਨਹੀਂ ਆਉਂਦੇ? ਕਿਉਂਕਿ ਅਸੀਂ ਕੋਰਸ ਨਹੀਂ ਚਲਾਉਣੇ। ਇੱਕ ਐਮਏ ਕਰਾਉਣ ਲਈ 4 ਪ੍ਰੋਫੈਸਰਾਂ ਦੀ ਲੋੜ ਹੈ। ਹੁਣ ਤੁਸੀਂ ਤਾਂ ਕਾਲਜ ਦੇ ਵਿੱਚ ਸਾਰੇ ਸਬਜੈਕਟਾਂ ਨੂੰ ਮਿਲਾ ਕੇ ਤੁਹਾਡੇ 4 ਨਹੀਂ ਬਣਦੇ, ਤੁਸੀਂ ਐਮਏ ਕਿਵੇਂ ਕਰਾ ਲਓਗੇ? ਤੇ ਇੱਥੇ ਇਹੋ ਜਿਹੇ ਪ੍ਰਾਈਵੇਟ ਕਾਲਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਾਲਜ ਦੇ ਵਿੱਚ 300 ਸੀਟਾਂ ਨੇ। ਕਿਉਂ? ਸਰਕਾਰ ਕੀ ਮਰ ਚੁੱਕੀ ਹੈ? ਕੀ ਹੋ ਗਿਆ ਸਰਕਾਰ ਨੂੰ? ਬੀਐਡ ਸਾਨੂੰ ਪਤਾ ਵੀ ਕਿੰਨੇ ਅਧਿਆਪਕ ਹੁਣ ਚਾਹੀਦੇ ਨੇ, ਉਹਨਾਂ ਨੇ ਬੀਐਡ ਕਰਨੀ ਹੈ ਵੀ ਉਹਨੇ ਨੈਟ ਵੀ ਕੀਤਾ, ਪੀਐਚਡੀ ਵੀ ਕੀਤੀਆਂ, ਫਿਰ ਵੀ 10,000 ਤੇ ਲੱਗਿਆ ਕੁਛ, ਜਾਂ ਉਹ ਵੀ ਨਹੀਂ ਲੱਗਿਆ ਤੇ ਬੁਰੇ ਹਾਲ ਨੇ। ਤਾਂ ਫਿਰ ਘਰ ਦੇ ਹੀ ਕਹਿੰਦੇ ਆ ਵੀ ਜਿਹੜੇ ਤੇਰੇ ਨਾਲ 5-7 ਲੱਖ ਰੁਪਏ ਇੱਥੇ ਲਾਉਣਾ ਉਹਦੀ ਥਾਂ ਤੇ ਅਸੀਂ ਬਾਹਰ ਨੂੰ ਤੈਨੂੰ ਜਹਾਜ਼ ਚੜਾ ਦਿੰਦੇ, ਉੱਥੇ ਆ ਕੇ ਦਿਹਾੜੀਆਂ ਕਰਕੇ ਵੱਧ ਕਮਾਇਆ। ਜਦੋਂ ਕਾਰਜਕਾਲ ਆਪਦਾ ਸਾਂਭਿਆ ਉਸ ਵੇਲੇ 51 ਸਰਕਾਰੀ ਕਾਲਜ ਸੀ ਤੇ ਅੱਜ ਉਹ ਘਟ ਕੇ 47 ਰਹਿ ਚੁੱਕੇ ਨੇ, ਸਿਰਫ 47। ਉਸ ਵੇਲੇ 1873 ਪੋਸਟਾਂ ਹੁੰਦੀਆਂ ਸੀ। ਵੈਸੇ ਤਾਂ 1990 ਦੇ ਵਿੱਚ 2500 ਦੇ ਕਰੀਬ ਅਧਿਆਪਕਾਂ ਦੀਆਂ ਪੋਸਟਾਂ ਸੀ ਤੇ ਉਹਨੂੰ ਘਟਾ ਕੇ ਰੈਸ਼ਨਲਾਈਜ਼ ਕਰਕੇ 2009 ਤੱਕ ਉਹ 1873 ਰਹਿ ਗਈਆਂ ਤੇ ਅੱਜ ਉਹਦੇ ਵਿੱਚੋਂ ਸਿਰਫ 347 ਅਧਿਆਪਕ ਨੇ ਜਿਹੜੇ ਸੇਵਾ ਨਿਭਾ ਰਹੇ ਪੱਕੇ, ਬਾਕੀ ਰਿਟਾਇਰ ਹੋ ਚੁੱਕੇ ਆ। ਮੰਨ ਲਓ ਕੋਈ ਰਾਜਿਆਂ ਰਜਵਾੜਿਆਂ ਦੇ ਟਾਈਮ ਦਾ ਚੱਲਦਾ ਆ ਰਿਹਾ ਜਾਂ ਫਿਰ ਕੋਈ ਅੰਗਰੇਜ਼ਾਂ ਦੇ ਖੋਲੇ ਹੋਏ ਕਾਲਜ ਨੇ ਤੇ ਉਹ ਬਿਲਡਿੰਗਾਂ ਚੱਲਦੀਆਂ ਆ ਰਹੀਆਂ ਨੇ, ਉਹੀ ਸਾਂਭੇ ਨੇ ਤੇ ਇਹਨਾਂ ਤੋਂ ਤਾਂ ਉਹ ਵੀ ਨਹੀਂ ਸਾਂਭੇ ਗਏ। ਉਹਨਾਂ ਵਿੱਚੋਂ ਇੱਕ ਅਮਰਗੜ੍ਹ ਦਾ ਕਾਲਜ ਮਲੇਰਕੋਟਲਾ ਦੇ ਵਿੱਚ, ਉਹ ਕਾਲਜ 6 ਸਾਲ ਪਹਿਲਾਂ 2013 ਦੇ ਵਿੱਚ 7 ਸਾਲ ਪਹਿਲਾਂ ਖੋਲ੍ਹਿਆ ਗਿਆ ਤੇ 7 ਸਾਲਾਂ 'ਚ ਉਹਦੀ ਬਿਲਡਿੰਗ ਵੀ ਢਹਿ ਗਈ। ਮਤਲਬ ਤੁਸੀਂ ਆਪਦਾ ਘਰ ਪਾਉਂਦੇ ਹੋ, ਕਦੇ 7 ਸਾਲਾਂ 'ਚ ਘਰ ਢਹਿ ਸਕਦਾ? 350 ਕਰੋੜ ਰੁਪਏ ਦੇ ਘਾਟੇ ਵਿੱਚ ਉਹ ਚੱਲ ਰਹੀ ਆ। ਵਿਦਿਆਰਥੀ ਅਧਿਆਪਕ ਉੱਥੇ ਮਿਲ ਕੇ ਹੜਤਾਲਾਂ ਕਰ ਰਹੇ ਨੇ। ਇਹ ਹਾਲ ਕਰ ਚੁੱਕੀ ਹੈ ਸਰਕਾਰ। ਵੀ ਜਿਹੜਾ 6000 ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਦਾ ਭਵਿੱਖ ਦੇਖ ਲਿਆ ਕਰੋਗੇ, ਇਦੋਂ ਵਧੀਆ ਕੀ ਹੋ ਸਕਦਾ ਹੈ ਨਾ? ਵੀਸੀ ਨੂੰ ਮਿਲਣਾ ਤਾਂ ਸ਼ਾਇਦ ਆਪਣਾ ਭਵਿੱਖ ਨਹੀਂ ਦੇਖਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਸੈਨੇਟ ਵੋਟਾਂ ਨੂੰ ਰਹਿ ਕੇ ਵੀ ਰੌਲਾ, ਦੂਸਰੇ ਪਾਸੇ ਜਿਹੜਾ ਹੈਗਾ ਇੱਥੇ ਆਪਾਂ ਕਿ ਪੰਜਾਬ ਦੀਆਂ ਧੀਆਂ ਨਾਲ ਖਿੱਚ ਧੂ ਵੀ ਹੋਈ ਹੈ। ਉਹ ਤੋਂ ਬਿਨਾਂ ਇੱਕ ਬਹੁਤ ਵੱਡਾ ਮਸਲਾ ਪੰਜਾਬ ਦੇ ਵਿੱਚ ਆ, ਜਿਹੜਾ ਪੰਜਾਬ ਦੀ ਸਿੱਖਿਆ। ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਦਾ ਖੇਤਰ ਹੈ ਉਹ ਬਿਲਕੁਲ ਲਗਭਗ ਸਾਫ਼ ਹੋ ਚੁੱਕਿਆ। 2 ਸਾਲ ਤਾਂ ਜਿਹੜੇ ਕਰੋਨਾ ਨੇ ਖਾ ਲਏ। ਉਦੋਂ ਪਹਿਲਾਂ 12ਵੀਂ ਤੋਂ ਬਾਅਦ ਕੋਈ ਜਵਾਕ ਅੱਜ ਕੱਲ੍ਹ ਪੜ੍ਹਨ ਨੂੰ ਤਿਆਰ ਨਹੀਂ। ਹਰੇਕ ਬੰਦਾ ਜਿਹੜਾ ਚਾਹੁੰਦਾ ਵੀ ਕਿਸ ਤਰੀਕੇ ਨਾਲ +2 ਕਰਾਂਗੇ ਬੱਚੇ ਨੂੰ, ਉਦੋਂ ਬਾਅਦ ਜਿਹੜਾ ਉਹਨੂੰ ਆਇਲਸ ਕਰਾ ਕੇ ਨਿਗਾਹ ਦੇਗੇ। ਤੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦਾ ਹਾਲ ਕਿਹੋ ਜਿਹਾ, ਇਹਦੇ ਬਾਰੇ ਤੁਸੀਂ ਅਕਸਰ ਹੀ ਜਿਹੜਾ ਹੈਗਾ ਅਮਨ ਨੂੰ ਬੋਲਦੇ ਨੂੰ ਸੁਣਿਆ ਹੋਣਾ। ਅਮਨ ਮੇਰੇ ਨਾਲ ਇਸ ਵਕਤ। ਅਮਨ, ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਅਮਨ, ਲਗਾਤਾਰ ਸਿੱਖਿਆ ਤੇ ਬੋਲਦੇ ਰਹਿੰਦੇ ਹੋ। ਪਹਿਲਾਂ ਤਾਂ ਕਿਉਂਕਿ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹੋ, ਇੱਕ ਤਾਂ ਇਹ ਦੱਸੋ ਵੀ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਲਗਾਤਾਰ ਕਹਿੰਦੇ ਵੀ ਕਿੰਨੇ ਕਾਲਜ ਆ? ਕੈਪਟਨ ਸਾਹਿਬ ਤਾਂ ਕਹਿ ਰਿਹਾ ਕਿ ਅਸੀਂ ਜਿਹੜੇ ਕਾਲਜਾਂ ਦੀ ਜਿੰਨੀ ਤੁਸੀਂ ਲਿਸਟ ਦਿੰਦੇ ਉਹਦੇ ਨਾਲ ਜ਼ਿਆਦਾ ਨੇ। ਜਿਵੇਂ ਕੈਪਟਨ ਸਾਹਿਬ ਦਾ ਬਿਆਨ ਆਇਆ ਕੱਲ ਵੀ, ਉਹ ਕਹਿੰਦੇ ਵੀ ਇੱਥੇ 59 ਕਾਲਜ ਨੇ। ਅਸੀਂ ਉਹਨਾਂ ਨੂੰ ਸਿੱਧਾ ਚੈਲੰਜ ਕਰਦੇ ਹਾਂ ਵੀ ਸਾਨੂੰ ਉਹ ਕਾਲਜਾਂ ਦੀ ਲਿਸਟ ਦਿਓ, ਕਿਹੜੇ 59 ਕਾਲਜ ਰਹਿ ਗਏ ਤੁਹਾਡੇ। ਜਦੋਂ ਕੈਪਟਨ ਸਰਕਾਰ ਨੇ ਜਦੋਂ ਕਾਰਜਕਾਲ ਆਪਦਾ ਸਾਂਭਿਆ ਉਸ ਵੇਲੇ 51 ਸਰਕਾਰੀ ਕਾਲਜ ਸੀ ਤੇ ਅੱਜ ਉਹ ਘਟ ਕੇ 47 ਰਹਿ ਚੁੱਕੇ ਨੇ, ਸਿਰਫ 47। ਉਹ ਲਗਾਤਾਰ ਪਿਛਲੇ 5 ਸਾਲਾਂ ਦੇ ਵਿੱਚ 4 ਕਾਲਜ ਆ ਜਿਹੜੇ ਉਹ ਬੰਦ ਕੀਤੇ ਗਏ ਨੇ। ਇਸ ਕਰਕੇ ਕੈਪਟਨ ਕਹਿ ਜ਼ਰੂਰ ਰਿਹਾ ਵੀ ਸਾਡੇ ਕਾਲਜਾਂ ਦੀ ਲਿਸਟ ਵੱਧ ਆ, ਪਰ ਅਸੀਂ ਸਰਕਾਰ ਨੂੰ ਪਹਿਲਾਂ ਵੀ ਆંકੜਿਆਂ ਦੇ ਉੱਤੇ ਚੈਲੰਜ ਕਰ ਚੁੱਕੇ ਹਾਂ ਵੀ ਸਰਕਾਰ ਸਾਡੇ ਨਾਲ ਸਿੱਧੇ ਡਿਬੇਟ ਦੇ ਵਿੱਚ ਆਵੇ। ਅਸੀਂ ਉਹਨਾਂ ਤੋਂ ਇਹ ਸਿੱਧੇ ਸਵਾਲ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਸਿੱਖਿਆ ਦੇ ਆંકੜੇ ਤੁਸੀਂ ਦਿੰਦੇ ਹੋ ਉਹ ਬਿਲਕੁਲ ਫਰਜ਼ੀ ਨੇ, ਉਹ ਝੂਠੇ ਨੇ। ਤੁਸੀਂ ਲੋਕਾਂ ਦੇ ਨਾਲ ਧਰੋਹ ਕਰ ਰਹੇ ਹੋ। ਤੁਸੀਂ ਕਾਲਜ ਖੋਲ੍ਹਣਾ ਤਾਂ ਬਹੁਤ ਦੂਰ ਦੀ ਗੱਲ ਆ, ਜਿਹੜੇ ਪੁਰਾਣੇ ਚੱਲ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਸਾਂਭ ਨਹੀਂ ਰਹੇ ਤੇ ਜਿਹੜੇ ਕਾਲਜ ਚੱਲ ਰਹੇ ਨੇ ਉਹਨਾਂ 'ਚ ਅਧਿਆਪਕਾਂ ਦੀਆਂ ਭਰਤੀਆਂ ਵੀ ਨਹੀਂ ਹੋ ਰਹੀਆਂ।
ਲਾਸਟ ਵਾਰੀ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਪ੍ਰੋਫੈਸਰਾਂ ਦੀ ਭਰਤੀ ਕਦੋਂ ਹੋਈ ਸੀ? 1996 ਦੇ ਵਿੱਚ ਆਖਰੀ ਭਰਤੀ ਹੋਈ ਸੀ ਕਾਲਜਾਂ ਦੇ ਵਿੱਚ। ਉਸ ਵੇਲੇ 1873 ਪੋਸਟਾਂ ਹੁੰਦੀਆਂ ਸੀ। ਵੈਸੇ ਤਾਂ 1990 ਦੇ ਵਿੱਚ 2500 ਦੇ ਕਰੀਬ ਅਧਿਆਪਕਾਂ ਦੀਆਂ ਪੋਸਟਾਂ ਸੀ ਤੇ ਉਹਨੂੰ ਘਟਾ ਕੇ ਰੈਸ਼ਨਲਾਈਜ਼ ਕਰਕੇ 2009 ਤੱਕ ਉਹ 1873 ਰਹਿ ਗਈਆਂ ਤੇ ਅੱਜ ਉਹਦੇ ਵਿੱਚੋਂ ਸਿਰਫ 347 ਅਧਿਆਪਕ ਨੇ ਜਿਹੜੇ ਸੇਵਾ ਨਿਭਾ ਰਹੇ ਪੱਕੇ, ਬਾਕੀ ਰਿਟਾਇਰ ਹੋ ਚੁੱਕੇ ਆ। ਤੇ ਇਹਨਾਂ 347 ਵਿੱਚੋਂ ਆਉਣ ਵਾਲੇ 2025 ਤੱਕ 5 ਸਾਲਾਂ ਨੂੰ 3-4 ਸਾਲਾਂ ਨੂੰ ਜਿਹੜੇ 80% ਅਧਿਆਪਕ ਨੇ ਉਹਨਾਂ ਨੇ ਸੇਵਾ ਮੁਕਤ ਹੋ ਜਾਣਾ, ਉਹਨਾਂ ਨੇ ਵੀ ਰਿਟਾਇਰ ਹੋ ਜਾਣਾ ਤੇ ਸਰਕਾਰ ਨੇ ਹਜੇ ਤੱਕ ਭਰਤੀਆਂ ਕੱਢੀਆਂ ਹੀ ਨਹੀਂ। ਮਤਲਬ ਕਿ 26 ਸਾਲ ਜਿਹੜੇ ਹੈਗੇ ਹੋ ਚੁੱਕੇ ਆ ਇੱਥੇ ਪ੍ਰੋਫੈਸਰਾਂ ਦੀ ਭਰਤੀ ਹੋਏ ਨੂੰ, ਤੁਸੀਂ ਕਹਿਣਾ? ਬਿਲਕੁਲ ਬਿਲਕੁਲ, ਸਰਕਾਰ ਦਾ ਕੋਈ, ਮੈਂ ਕੈਪਟਨ ਨੂੰ ਨਹੀਂ, 10 ਸਾਲ ਬਾਦਲ ਲਾ ਕੇ ਗਏ ਨੇ, ਬਾਦਲ ਸਰਕਾਰ ਨੇ ਵੀ ਉਹੀ ਕੁਛ ਕੀਤਾ ਵਾ। ਇੱਥੇ ਕਾਲਜਾਂ ਨੂੰ ਤੇ ਕਾਲਜ ਉਜਾੜ ਬਣ ਰਹੇ ਨੇ, ਬਹੁਤੇ ਕਾਲਜ ਇਹਨਾਂ ਚੋਂ ਸਰਕਾਰਾਂ ਨੇ ਜੋ ਕੋਈ ਖੋਲੇ ਨੇ 10 ਤੋਂ 15 ਕਾਲਜ ਖੋਲੇ ਨੇ ਨਵੇਂ। ਬਾਕੀ ਜਿਹੜੇ ਕਾਲਜ ਨੇ ਉਹ ਇਸ ਤਰ੍ਹਾਂ ਨੇ ਵੀ ਮੰਨ ਲਓ ਕੋਈ ਰਾਜਿਆਂ ਰਜਵਾੜਿਆਂ ਦੇ ਟਾਈਮ ਦਾ ਚੱਲਦਾ ਆ ਰਿਹਾ ਜਾਂ ਫਿਰ ਕੋਈ ਅੰਗਰੇਜ਼ਾਂ ਦੇ ਖੋਲੇ ਹੋਏ ਕਾਲਜ ਨੇ ਤੇ ਉਹ ਬਿਲਡਿੰਗਾਂ ਚੱਲਦੀਆਂ ਆ ਰਹੀਆਂ ਨੇ, ਉਹੀ ਸਾਂਭੇ ਨੇ ਤੇ ਇਹਨਾਂ ਤੋਂ ਤਾਂ ਉਹ ਵੀ ਨਹੀਂ ਸਾਂਭੇ ਗਏ। ਇਹਨਾਂ ਨੇ 6 ਸਾਲ ਪਹਿਲਾਂ 6 ਨਵੇਂ ਕਾਲਜ ਖੋਲੇ ਸੀ ਸਰਕਾਰੀ, ਉਹਨਾਂ ਵਿੱਚੋਂ ਇੱਕ ਅਮਰਗੜ੍ਹ ਦਾ ਕਾਲਜ ਮਲੇਰਕੋਟਲਾ ਦੇ ਵਿੱਚ, ਉਹ ਕਾਲਜ 6 ਸਾਲ ਪਹਿਲਾਂ 2013 ਦੇ ਵਿੱਚ 7 ਸਾਲ ਪਹਿਲਾਂ ਖੋਲਿਆ ਗਿਆ ਤੇ 7 ਸਾਲਾਂ 'ਚ ਉਹਦੀ ਬਿਲਡਿੰਗ ਵੀ ਢਹਿ ਗਈ। ਮਤਲਬ ਤੁਸੀਂ ਆਪਦਾ ਘਰ ਪਾਉਂਦੇ ਹੋ, ਕਦੇ 7 ਸਾਲਾਂ 'ਚ ਘਰ ਢਹਿ ਸਕਦਾ? ਤੇ 25 ਤੋਂ 28 ਕਰੋੜ ਰੁਪਏ ਦੀ ਲਾਗਤ ਆਈ ਜਦੋਂ ਉੱਥੋਂ ਦੇ ਐਮਐਲਏ ਨੂੰ ਇਹ ਸਵਾਲ ਕੀਤਾ ਗਿਆ ਵੀ ਇਹ ਕਾਲਜ ਦਾ ਇਹ ਹਾਲ ਕਿਉਂ ਹੋਇਆ। 100 ਸਾਲ ਪੁਰਾਣੀਆਂ ਬਿਲਡਿੰਗਾਂ ਉਸੇ ਮਲੇਰਕੋਟਲੇ ਸ਼ਹਿਰ ਦੇ ਵਿੱਚ 100 ਸਾਲ ਪੁਰਾਣੀਆਂ ਬਿਲਡਿੰਗਾਂ ਅੱਜ ਵੀ ਖੜੀਆਂ ਨੇ, ਉਹ ਅੱਜ ਵੀ ਕਾਲਜ ਚੱਲ ਰਹੇ ਨੇ। ਤੁਹਾਡੀ ਬਿਲਡਿੰਗ 7 ਸਾਲ ਕਿਉਂ ਨਹੀਂ ਚੱਲ ਸਕਦੀ? ਕਹਿੰਦੇ ਸਾਡਾ ਕੰਮ ਤਾਂ ਪੈਸਾ ਲਿਆਉਣਾ, ਇਹਦੀ ਸਾਂਭ ਸੰਭਾਲ ਕਰਨਾ ਥੋੜੂ। ਇੱਥੋਂ ਸਿਆਸਤਦਾਨ ਸਾਡੀ ਸਿੱਖਿਆ ਨੂੰ ਲੈ ਕੇ ਉਹਨਾਂ ਦਾ ਅਸਲ ਵਿੱਚ ਟੀਚੇ ਕੀ ਨੇ? ਉਹਨਾਂ ਦਾ ਟੀਚਾ ਸਿਰਫ ਇੰਨਾ ਹੁੰਦਾ ਵੀ ਪੈਸਾ ਖਾਣਾ, ਫੰਡ ਖਾਣਾ, ਸਿੱਖਿਆ ਜਿੱਧਰ ਨੂੰ ਮਰਜ਼ੀ ਜਾਵੇ, ਸਾਨੂੰ ਇਹਦੇ ਬਾਰੇ ਕੋਈ ਪਰਵਾਹ ਨਹੀਂ। ਫਿਰ ਜਿਹੜੇ ਕਾਲਜ ਖੋਲਦੇ ਆ, ਤੁਸੀਂ ਕਹਿੰਦਾ 26 ਸਾਲ ਹੋ ਗਏ ਆਪਾਂ ਕਿ ਭਰਤੀ ਨਹੀਂ ਹੋਈ ਹੈ ਨਾ, ਤੇ ਜਦੋਂ 26 ਸਾਲ ਹੋ ਗਏ ਭਰਤੀ ਨਹੀਂ, ਫਿਰ ਕਾਲਜ ਚੱਲਦੇ ਕਿਵੇਂ ਆ? ਫਿਰ ਕੌਣ ਹੁੰਦੇ ਆ ਪ੍ਰੋਫੈਸਰ? ਫਿਰ ਕੌਣ ਉੱਥੇ ਉੱਲੂ ਪੜਾਉਂਦੇ ਆ ਜਾਂ ਕੋਈ ਗਿਟਾਰਾਂ ਪੜਾਉਂਦੇ ਆ? ਕਿਸ ਤਰ੍ਹਾਂ ਫਿਰ ਪ੍ਰੋਫੈਸਰ ਹੁੰਦੇ ਆ? ਦੇਖੋ ਜੀ, ਪ੍ਰੋਫੈਸਰ ਦੀ ਤਨਖਾਹ ਲੱਖ ਤੋਂ 1.5 ਲੱਖ ਰੁਪਏ ਹੁੰਦੀ ਹੈ ਤੇ ਉਹ ਸਰਕਾਰੀ ਖਜ਼ਾਨੇ 'ਚੋਂ ਜਾਂਦੀ ਹੈ। ਇਸ ਕਰਕੇ ਉਹ ਪੈਸੇ ਨਾ ਦੇਣੇ ਪੈਣ, ਇਹਨਾਂ ਨੇ ਵੱਡਾ ਇੰਤਜ਼ਾਮ ਕੀਤਾ ਵੀ ਅਸੀਂ ਉਹ ਭਰਤੀਆਂ ਕਰਨ ਦੀ ਥਾਂ ਤੇ ਗੈਸਟ ਫੈਕਲਟੀਆਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੈਸਟ ਫੈਕਲਟੀ ਦੀ ਤਨਖਾਹ 15 ਤੋਂ 20 ਹਜ਼ਾਰ ਦੇ ਆਸ-ਪਾਸ ਹੁੰਦੀ ਹੈ ਤੇ ਉਹ ਵੀ 8 ਮਹੀਨੇ ਹੀ ਉਹਨਾਂ ਨੂੰ ਤਨਖਾਹ ਦੇਣੀ ਹੁੰਦੀ ਹੈ, ਜਿੰਨੇ ਕੁ ਮਹੀਨੇ ਕਾਲਜ ਲਾਦਾ। ਜਦੋਂ 2 ਮਹੀਨੇ ਛੁੱਟੀਆਂ, 2 ਮਹੀਨੇ ਪੇਪਰ ਨੇ, ਉਦੋਂ ਤਨਖਾਹਾਂ ਦੇਣੀਆਂ ਹੀ ਨਹੀਂ। ਇਸ ਕਰਕੇ ਉਹ ਜਿਹੜੀ ਤਨਖਾਹ ਦੇਣੀ ਹੈ ਉਹ ਵੀ ਸਰਕਾਰ ਨੇ ਆਪਦੇ ਫੰਡ 'ਚੋਂ ਨਹੀਂ ਦੇਣੀ। ਉਹ ਬੱਚਿਆਂ ਤੋਂ ਇੱਕ ਪੀਟੀਏ ਫੰਡ ਵਸੂਲਿਆ ਜਾਂਦਾ ਵਾ ਤੇ ਉਹ ਪੀਟੀਏ ਫੰਡ ਪਹਿਲਾਂ ਹੁੰਦਾ ਇਹ ਸੀ ਵੀ ਬੱਚੇ ਦੀ ਇੱਛਾ ਉੱਤੇ ਹੁੰਦਾ ਸੀ ਵੀ ਤੁਸੀਂ ਦੇਣਾ ਕਿ ਨਹੀਂ ਦੇਣਾ। 500 ਰੁਪਏ ਉਹ ਵੱਧ ਤੋਂ ਵੱਧ ਹੁੰਦਾ ਸੀ। ਅੱਜ ਉਹ ਵਧਾ ਕੇ 4 ਤੋਂ 5000 ਰੁਪਏ ਪ੍ਰਤੀ ਸਟੂਡੈਂਟ ਕੰਪਲਸਰੀ ਕਰ ਦਿੱਤਾ ਗਿਆ, ਜ਼ਰੂਰੀ ਕਰ ਦਿੱਤਾ ਗਿਆ ਵੀ ਬੱਚੇ ਨੇ ਦੇਣਾ ਹੀ ਦੇਣਾ ਵਾ ਤੇ ਉਹਦੇ ਤੋਂ ਹੀ ਟੀਚਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਹੁਣ ਇਹ ਵੀ ਨਹੀਂ ਇਹਨਾਂ ਨੂੰ ਮਨਜ਼ੂਰ ਵੀ ਅਸੀਂ 15-20 ਵੀ ਨਹੀਂ ਦੇਣਾ। ਹੁਣ ਉਹ ਜਿਨ੍ਹਾਂ ਨੇ, ਮੇਰੇ ਸਾਥੀ ਜਾਣਦੇ ਆ ਕਿੰਨਿਆਂ ਨੂੰ 10 5-5 6-6 ਵਾਰ ਉਹ ਨੈਟ ਕਲੀਅਰ ਨੇ, ਉਹਨਾਂ ਨੇ PhDਆਂ ਕਰ ਰਹੇ ਨੇ ਜਾਂ ਕਰ ਚੁੱਕੇ ਨੇ, ਉਹਨਾਂ ਵਿੱਚੋਂ 15-15 ਸਾਲ ਹੋ ਗਏ ਨੇ ਸੇਵਾ ਨਿਭਾ ਰਹੇ ਨੇ ਕੱਚੀਆਂ ਭਰਤੀਆਂ ਦੇ ਉੱਤੇ, 15-20 ਹਜ਼ਾਰ ਲੈ ਰਹੇ ਨੇ ਤੇ ਹੁਣ ਸਰਕਾਰ ਨੂੰ 15-20 ਹਜ਼ਾਰ ਮਨਜ਼ੂਰ। ਸਰਕਾਰ ਨੇ ਗੈਸਟ ਫੈਕਲਟੀਆਂ ਦੀ ਭਰਤੀ 2009 ਤੋਂ ਬਾਅਦ ਬੰਦ ਕਰਤੀ, ਉਹਦੀ ਥਾਂ ਤੇ ਹੁਣ ਇਹ ਰਿਸੋਰਸ ਪਰਸਨ ਰੱਖਣ ਲੱਗ ਗਏ ਜਿਨ੍ਹਾਂ ਦੀ ਤਨਖਾਹ ਘਟਾ ਕੇ 10,000 ਕਰਤੀ। ਬਿਲਕੁਲ, ਜਿਹੜਾ ਇਹ ਅਮਨ ਦੀ ਇਹ ਗੱਲ ਹੈ, ਮੈਂ ਜਿਹੜੀ ਹੈਗਾ ਤਸਦੀਕ ਕਰ ਦੇਣਾ ਖੁਦ। ਮੈਂ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ MSc ਫਿਜ਼ਿਕਸ ਕੀਤੀ 2013 ਚ, ਉਦੋਂ ਬਾਅਦ ਮੈਂ ਆ ਕੇ ਜਿਹੜਾ ਹੈਗਾ ਯੂਨੀਵਰਸਿਟੀ ਕਾਲਜ ਜੈਤੋ ਪ੍ਰੋਫੈਸਰ ਲੱਗ ਗਿਆ। ਤਾਂ ਨਾ ਤਾਂ ਇਹ ਸ਼ਿਕਾਰ ਮੈਂ ਵੀ ਆ ਜਿਹੜਾ ਇਹਨਾਂ ਗੱਲਾਂ ਦਾ, ਲਗਭਗ ਹਰੇਕ ਹੀ ਅਸੀਂ ਦਿੱਲੀ ਗਏ ਨੈਟ ਨੁੱਟ ਕਰਨ, ਉੱਥੋਂ ਪੜ੍ਹ ਪੁੜ ਕੇ ਤੇ ਜੋ ਵੀ ਮੱਥਾ ਮਾਰਦੇ ਰਹਿੰਦੇ ਆ। ਜਾਂ ਤਾਂ ਇਹ ਹੁੰਦਾ ਵੀ ਜਦੋਂ ਆਪਾਂ ਇਹੋ ਜਿਹੀ ਇੰਨੀ ਥੋੜੀ ਨਗੂਣੀ ਤਨਖਾਹ ਤੇ ਜਦੋਂ ਹਨਾ ਸਟੂਡੈਂਟ ਆ ਕੇ ਲੱਗਦਾ ਤਾਂ ਮੇਰੇ ਵਰਗਾ ਹੁੰਦਾ, ਜਾਂ ਤਾਂ PhD ਕਰ ਲਓ, ਉੱਥੇ JRF ਜ਼ਿਆਦਾ ਮਿਲਣ ਲੱਗ ਜੂ। ਨਹੀਂ ਇਹੀ ਹੈ, ਪਰ ਉਹ JRF ਤੁਸੀਂ 5 ਸਾਲ PhDਆਂ ਕਰਦੇ ਹੋ ਹਨਾ, PhD ਕਰਨ ਤੋਂ ਬਾਅਦ ਵੀ ਤੁਹਾਨੂੰ ਹੋਣਾ ਤਾਂ ਇਹ ਚਾਹੀਦਾ ਨਾ ਵੀ ਗੱਲ ਸਿਰਫ PhD ਬੰਦਾ ਇਸ ਲਈ ਨਾ ਕਰੇ ਵੀ ਕਿਉਂਕਿ ਮੈਨੂੰ ਤਨਖਾਹ ਨਹੀਂ ਮਿਲਣੀ, ਮੈਨੂੰ ਨੌਕਰੀ ਨਹੀਂ ਮਿਲਣੀ ਤਾਂ ਮੈਂ PhD ਦਾ ਪੈਸਾ ਕਮਾ ਲਾਂ। PhD ਬੰਦਾ ਆਪਦੇ ਇੰਟਰਸਟ ਤੋਂ ਕਰਨਾ ਚਾਹੀਦਾ ਉਹਨੂੰ। ਜਦੋਂ ਘਰ ਨਹੀਂ ਚੱਲਦਾ ਤਾਂ ਫਿਰ ਉਹ ਮਜਬੂਰੀ ਵਸ ਕਰਦਾ ਹੈ, ਫਿਰ ਉਹ ਉਸ JRF ਦੇ ਲਈ ਕਰਦਾ ਹੈ, ਫਿਰ ਉਹਨੂੰ ਲੱਗਦਾ ਵੀ ਸ਼ਾਇਦ ਉਹ ਠੀਕ ਹੈ। ਹੁਣ ਇਹ ਵੀ ਤਰਾਸਦੀ ਆ ਕਿੱਡੀ ਵੀ ਜਦੋਂ ਤੁਸੀਂ ਖੋਜ ਆਰਥੀ ਹੋ, ਜਦੋਂ ਖੋਜ ਕਰ ਰਹੇ ਹੋ ਸਰਕਾਰ ਉਦੋਂ ਤੁਹਾਡੀ ਜੇਬ ਦੇ ਵਿੱਚ 35,000 ਤੱਕ ਪਾਉਂਦੀ ਹੈ ਪੈਸੇ, 30 ਤੋਂ 35,000 ਹੁੰਦੀ ਹੈ। ਉਹ ਤੋਂ ਬਾਅਦ ਜਦੋਂ ਤੁਸੀਂ ਪੜ੍ਹ ਕੇ ਚੰਗੀ ਤਰ੍ਹਾਂ ਡਿਗਰੀ ਲੈ ਲੈਂਦੇ ਤਾਂ ਉਦੋਂ ਬਾਅਦ ਤੁਹਾਨੂੰ ਸਿੱਧਾ ਲਿਆ ਕੇ 15,000 ਤੇ ਹੁਣ ਸਿੱਟਣ ਲੱਗ ਗਿਆ। ਇਹ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਕਿੱਧਰ ਨੂੰ ਲਿਜਾ ਰਹੇ ਹੋ, ਨਾ ਸਿੱਖਿਆ ਦਾ ਹਾਲ ਕਿੱਧਰ ਨੂੰ ਲੈ ਕੇ ਜਾਇਆ ਜਾਵੇ। ਬਿਲਕੁਲ, ਜਿਹੜਾ ਇਹ ਜਿਹੜਾ ਹੈਗਾ ਬਿਲਕੁਲ ਸੱਚ ਆ। ਲਗਭਗ ਆਪਾਂ ਅੱਗੇ PhD ਵਾਲਿਆਂ ਦਾ ਸਭ ਤੋਂ ਵੱਧ ਸ਼ੋਸ਼ਣ ਹੁੰਦਾ, ਜਿੰਨਾ ਜ਼ਿਆਦਾ ਪੜ੍ਹੋਗੇ ਉਨੀ ਨਗੂਣੀ ਤਨਖਾਹ ਤੇ ਤੁਹਾਨੂੰ ਸਿੱਟਿਆ ਜਾਣਾ। ਇਸ ਤੱਕ ਫਿਰ ਉਦੋਂ ਬਾਅਦ ਇਹ ਹੁੰਦਾ ਵੀ ਜਿਵੇਂ ਤੁਸੀਂ ਦੇਖਿਆ ਹੋਣਾ ਬੱਸਾਂ ਦੇ ਵਿੱਚ ਪਟਵਾਰੀਆਂ ਦੀ ਭਰਤੀ ਹੋਈ, ਬੱਸਾਂ ਦੇ ਉੱਪਰ ਬਹਿ ਬਹਿ ਕੇ ਕੁੜੀਆਂ ਗਈਆਂ। ਇਹ ਤਰਾਸਦੀ ਨੂੰ ਕਿਸ ਤਰ੍ਹਾਂ ਜੋੜਦੇ ਹੋ? ਕਿਉਂਕਿ ਇੱਥੋਂ ਤੱਕ ਜਿਹੜਾ ਹੈਗਾ ਕਈ ਵਾਰੀ
ਚਪੜਾਸੀ ਦੀ ਭਰਤੀ ਵਾਸਤੇ ਹੀ PhD ਜਿਹੜੇ ਹੈਗੇ ਆਪਾਂ ਅੱਗੇ ਨਾਮਾਂਕਨ ਭਰ ਦਿੰਦੇ ਆ। ਬਿਲਕੁਲ, ਜਦੋਂ ਨੌਕਰੀਆਂ ਹੀ ਹੈ ਨਹੀਂ, ਜਦੋਂ ਤੁਹਾਨੂੰ ਪਤਾ ਵੀ ਸਿੱਖਿਆ ਦਾ ਹਾਲ ਇਹ ਆ ਵੀ ਬੋਟਨੀ ਦੇ 3 ਪ੍ਰੋਫੈਸਰ ਨੇ, ਜ਼ੂਲੌਜੀ ਦੇ 2 ਪ੍ਰੋਫੈਸਰ ਨੇ, ਜਦੋਂ ਗਿਣਤੀ ਉਂਗਲੀਆਂ ਤੇ ਗਿਣਤ ਜੋਗੇ ਤਾਂ ਪ੍ਰੋਫੈਸਰ ਹੈਗੇ ਇੱਕ ਸਬਜੈਕਟ ਦੇ। ਕਈ 11 ਕਾਲਜ ਇਹ ਨੇ ਜਿੱਥੇ ਇੱਕ ਵੀ ਪੱਕੀ ਭਰਤੀ ਅਧਿਆਪਕ ਨਹੀਂ ਹੈਗਾ, ਪ੍ਰਿੰਸੀਪਲ ਵੀ ਪੱਕਾ ਨਹੀਂ ਹੈਗਾ, ਤਾਂ ਸੋਚੋ ਕਾਲਜ ਚੱਲਦੇ ਕਿਵੇਂ ਹੋਣਗੇ। ਇਸ ਕਰਕੇ ਇਹੋ ਜਿਹੇ ਕਾਲਜ, ਕਾਲਾ ਅਫਗਾਨਾ ਜਿਹੜਾ ਕਾਲਜ ਹੈ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਤੇ ਸ਼ੁਰੂ ਕੀਤਾ, 550 ਤੇ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ, ਕਿਉਂਕਿ ਅਧਿਆਪਕ ਹੀ ਨਹੀਂ ਹੈਗੇ, ਭਰਤੀਆਂ ਹੀ ਹੈ ਨਹੀਂ, ਬੱਚੇ ਹੀ ਨਹੀਂ ਆ ਰਹੇ। ਬੱਚੇ ਕਿਉਂ ਨਹੀਂ ਆਉਂਦੇ? ਕਿਉਂਕਿ ਅਸੀਂ ਕੋਰਸ ਨਹੀਂ ਚਲਾਉਣੇ। ਇੱਕ MA ਕਰਾਉਣ ਲਈ 4 ਪ੍ਰੋਫੈਸਰਾਂ ਦੀ ਲੋੜ ਹੈ। ਹੁਣ ਤੁਸੀਂ ਤਾਂ ਕਾਲਜ ਦੇ ਵਿੱਚ ਸਾਰੇ ਸਬਜੈਕਟਾਂ ਨੂੰ ਮਿਲਾ ਕੇ ਤੁਹਾਡੇ 4 ਨਹੀਂ ਬਣਦੇ, ਤੁਸੀਂ MA ਕਿਵੇਂ ਕਰਾ ਲਓਗੇ? ਤੁਸੀਂ ਹੋਰ ਕਿਵੇਂ ਐਜੂਕੇਸ਼ਨ ਦੇ ਸਕਦੇ ਹੋ? ਸਭ ਤੋਂ ਵੱਧ ਮਾੜਾ ਹਾਲ ਪਿੰਡਾਂ ਦੇ ਕਾਲਜਾਂ ਦਾ ਹੈ। ਇਸ ਕਰਕੇ ਉਹ ਪਿੰਡਾਂ ਦੇ ਕਾਲਜਾਂ ਨੂੰ ਜਾ ਕੇ ਦੇਖਿਓ, ਖੰਡਰ ਬਣੇ ਪਏ ਨੇ। ਉੱਥੇ ਪੜ੍ਹਾਈ ਦੇ ਨਾਮ ਉੱਤੇ ਉੱਲੂ ਬੋਲਦੇ ਨੇ। ਸਰਕਾਰ ਇਹ ਕਹਿੰਦੀ ਹੈ ਵੀ ਇਸ ਕਰਕੇ ਕਾਲਜ ਯੂਨੀਵਰਸਿਟੀਆਂ ਤਾਂ ਨਹੀਂ ਅਸੀਂ ਖੋਲ੍ਹਣਾ, ਸਾਨੂੰ ਲੱਗਦਾ ਨਹੀਂ ਵੀ ਲੋੜ ਹੈ। ਪਰ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੋਏ ਨੇ ਉਹ ਨੇ ਜਿਨ੍ਹਾਂ ਦੇ ਵਿੱਚ ਬਹੁਤ ਵਾਧੂ ਬੱਚੇ ਐਡਮਿਸ਼ਨ ਲੈਂਦੇ ਆ। ਇੱਥੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਕਾਲਜਾਂ ਦੀ, ਤਾਂ ਉਹਦੇ ਵਿੱਚ ਰਾਜਨੀਤਿਕ ਲੋਕਾਂ ਦਾ ਹਿੱਸਾ ਸਿੱਧਾ, ਬਿਲਕੁਲ ਸਿੱਧਾ ਪੋਲੀਟੀਸ਼ੀਅਨਾਂ ਦੇ ਕਾਲਜ ਨੇ ਉਹ ਜੀ। ਇਹ ਸਿੱਧੀ ਠੋਕ ਵਜਾ ਕੇ ਆਪਾਂ ਗੱਲ ਕਹਿੰਦੇ ਆ, ਸਰਕਾਰ ਦੇ ਸਿਆਸਤਦਾਨਾਂ ਦੇ ਆਪਦੇ ਕਾਲਜ ਨੇ, ਉਹਨਾਂ ਨੇ ਉਹਨੂੰ ਪ੍ਰਮੋਟ ਕਰਨਾ। ਇਸ ਕਰਕੇ ਵਿਦਿਆਰਥੀ ਜਿਹੜੇ ਅਸਲ ਸਰਕਾਰੀ ਕਾਲਜ ਨੇ ਉਹਨਾਂ ਨੂੰ ਜਾਣ ਬੁੱਝ ਕੇ ਫੇਲ ਕੀਤਾ ਜਾ ਰਿਹਾ। ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਬਣੀ ਆ, ਐਡੀ ਵੱਡੀ, 10 ਤੋਂ 15,000 ਤੋਂ ਵੱਧ ਸਟਰੈਂਥ ਹੈ ਇਹਦੀ, ਇਸ ਯੂਨੀਵਰਸਿਟੀ ਦੇ ਬਰਾਬਰ ਤੋਂ ਵੱਧ ਹੈ। ਤੇ ਉਹਦੇ ਨਾਲ ਚਿਤਕਾਰਾ ਹੋਵੇ, ਲਵਲੀ ਹੋਵੇ, ਪੂਰੇ ਵੱਡੇ ਵੱਡੇ ਮੌਲਾਂ ਵਰਗੇ ਕੈਂਪਸ ਬਣੇ ਹੋਏ ਨੇ। ਬਿਲਕੁਲ, ਜੇ ਆਪਾਂ ਪਟਿਆਲੇ ਤੋਂ ਇੱਧਰ ਨੂੰ ਚੱਲ ਪਏ ਜਾਂ ਲੁਧਿਆਣੇ ਤੋਂ ਇੱਧਰ ਨੂੰ ਚੰਡੀਗੜ੍ਹ ਨੂੰ ਚੱਲ ਪਏ, ਰਾਜ ਕਾਲਜ ਹੀ ਕਾਲਜ ਹੈ ਤੁਹਾਨੂੰ। ਹਰੇਕ ਮੈਨੂੰ ਲੱਗਦਾ 2-4 ਕਿਲੋਮੀਟਰ ਦੇ ਬਾਅਦ ਇੱਕ ਕਾਲਜ ਆਉਂਦਾ, ਜਿਵੇਂ ਦੁਕਾਨਾਂ ਹੁੰਦੀਆਂ, ਖੋਖੇ ਹੁੰਦੇ ਨੇ, ਉਵੇਂ ਕਾਲਜ ਖੁੱਲੇ ਪਏ ਨੇ, ਉਹ ਡਿਗਰੀਆਂ ਵੇਚ ਰਹੇ ਨੇ। ਇਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਸ਼ਾਇਦ ਨਾ ਵੀ ਪਤਾ ਹੋਵੇ ਬਹੁਤੇ ਲੋਕਾਂ ਨੂੰ, B.Ed ਦੇ ਕਾਲਜ ਪੂਰੇ ਪੰਜਾਬ 'ਚ ਸਿਰਫ 3 ਸਰਕਾਰੀ ਕਾਲਜ ਨੇ। ਇੱਕ ਮਲੇਰਕੋਟਲੇ, ਇੱਕ ਜਲੰਧਰ, ਇੱਕ ਪਟਿਆਲਾ, ਤੇ ਉਹਦੇ ਵਿੱਚ ਵੀ ਸਿਰਫ 200 ਸੀਟਾਂ ਨੇ। 2 'ਚ 50-50, 1 'ਚ 100 ਸੀਟ। ਇਹ ਕਿਸੇ ਸਮੇਂ ਦੁੱਗਣੀਆਂ ਹੁੰਦੀਆਂ ਸੀ ਸੀਟਾਂ, 100 ਤੇ 200। ਸਰਕਾਰ ਨੇ ਘਟਾ ਕੇ ਅੱਧੀਆਂ ਕਰਤੀਆਂ। ਤੇ ਇੱਥੇ ਇਹੋ ਜਿਹੇ ਪ੍ਰਾਈਵੇਟ ਕਾਲਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਾਲਜ ਦੇ ਵਿੱਚ 300-300 ਸੀਟਾਂ ਨੇ। ਕਿਉਂ? ਸਰਕਾਰ ਕੀ ਮਰ ਚੁੱਕੀ ਹੈ? ਕੀ ਹੋ ਗਿਆ ਸਰਕਾਰ ਨੂੰ? B.Ed ਸਾਨੂੰ ਪਤਾ ਵੀ ਕਿੰਨੇ ਅਧਿਆਪਕ ਹੋਣੇ ਚਾਹੀਦੇ ਨੇ, ਉਹਨਾਂ ਨੇ B.Ed ਕਰਨੀ ਹੈ। ਜਦੋਂ ਉਹ ਚਾਹੁੰਦੇ ਨੇ, ਹੋਣਾ ਤਾਂ ਇਹ ਚਾਹੀਦਾ ਵੀ ਸਰਕਾਰੀ ਸਿੱਖਿਆ ਵੱਧ ਸਸਤੀ ਹੋਵੇ। ਉਹਨਾਂ ਕਾਲਜਾਂ ਦੀ ਵੀ ਫੀਸ ਵਧਾਈ ਗਈ ਹੈ ਪਿਛਲੇ ਸਮੇਂ 'ਚ, ਸਰਕਾਰੀ ਕਾਲਜਾਂ ਦੀ। ਉੱਥੇ 30 ਤੋਂ 35 ਹਜ਼ਾਰ ਦੇ ਵਿੱਚ ਬੰਦਾ B.Ed ਕਰ ਲੈਂਦਾ, ਪਰ ਜਿਹੜੇ ਪ੍ਰਾਈਵੇਟ ਕਾਲਜ ਨੇ ਉੱਥੋਂ 1.5 ਲੱਖ ਰੁਪਏ ਦੇ ਵਿੱਚ ਬੰਦਾ BA ਕਰਦਾ। ਤਾਂ ਇਹ ਸੋਚਿਆ ਜਾਣਾ ਚਾਹੀਦਾ ਵੀ ਸਰਕਾਰ ਦੀ ਨੀਅਤ ਇਹੀ ਹੈ ਵੀ ਸਿੱਖਿਆ ਦਾ ਪੂਰਾ ਨਿੱਜੀਕਰਨ, ਵਪਾਰੀਕਰਨ ਕਰ ਦਿੱਤਾ ਜਾਵੇ। ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਅੱਗੇ ਸਰਕਾਰ ਦਾ ਕੋਈ ਅਧਿਕਾਰੀ ਤੁਹਾਡੇ ਨਾਲ ਜਿਹੜਾ ਹੈਗਾ ਬਹਿ ਕੇ ਡਿਬੇਟ ਕਰਨਾ ਚਾਹੁੰਦੇ ਆ, ਜਾਂ ਆਪਾਂ ਧੱਕੇ ਨਾਲ ਉਹਨਾਂ ਨੂੰ ਕਿਤੇ ਬੁਲਾ ਕੇ ਡਿਬੇਟ ਨਾ ਕਰ ਲਓ? ਬਿਲਕੁਲ, ਅਸੀਂ ਕਹਿੰਦੇ ਆ ਵੀ ਤੁਸੀਂ ਸਮਾਂ ਦਿਓ, ਚਾਹੇ ਸਾਡੇ ਸਮੇਂ ਤੇ ਆਓ, ਜਿੱਥੇ ਕਹੋਗੇ, ਜਿਹੜੀ ਥਾਂ ਤੇ ਕਹੋਗੇ, ਜਦੋਂ ਕਹੋਗੇ, ਅਸੀਂ ਆ ਕੇ ਉੱਥੇ ਆਪਣੇ ਆંકੜੇ ਲੈ ਕੇ ਸਰੋਤਾਂ ਦੇ ਸਮੇਤ ਪਹੁੰਚਾਂਗੇ। ਤੁਸੀਂ ਆਪਣੇ ਆંકੜੇ ਲੈ ਕੇ ਪਹੁੰਚੋ ਤੇ ਅਸੀਂ ਤੁਹਾਨੂੰ ਗਲਤ ਸਾਬਤ ਕਰਾਂਗੇ। ਅਸੀਂ ਇਹ ਠੋਕ ਵਜਾ ਕੇ ਗੱਲ ਕਹਿੰਦੇ ਆ। ਜਿਹੜਾ ਹੁਣ ਲਗਾਤਾਰ +2 ਤੋਂ ਬਾਅਦ ਜਿਹੜਾ ਹੈਗਾ ਇੰਨਾ ਮਾਈਗ੍ਰੇਸ਼ਨ ਹੋ ਰਹੀ ਆ ਪਿਛਲੇ ਲਗਭਗ 6-7 ਸਾਲਾਂ ਦੇ ਵਿੱਚ, ਤਾਂ ਇਹ ਤਾਂ ਕਿ ਅੱਜ ਦੀ ਘੜੀ ਵੀ ਲੋਕ 3 ਲੱਖ ਰੁਪਏ ਦੀ ਟਿਕਟ ਲੈ ਕੇ ਕੈਨੇਡਾ ਜਾਣ ਨੂੰ ਤਿਆਰ ਹੈ। ਇਹਨੂੰ ਕਿਵੇਂ ਦੇਖਦੇ ਹੋ ਲੋਕਾਂ ਨੂੰ? ਦੇਖੋ ਜੀ, ਜੇ ਨੌਕਰੀਆਂ ਹੀ ਜਦੋਂ ਹੈ ਨਹੀਂ, ਰੁਜ਼ਗਾਰ ਨਹੀਂ ਜਦੋਂ ਹੈਗਾ, ਬੰਦਾ ਕੋਈ ਵੀ ਸ਼ੌਂਕ ਨੂੰ ਨਹੀਂ ਬਾਹਰ ਨੂੰ ਪ੍ਰਵਾਸ ਕਰਦਾ। ਕਦੋਂ ਵੀ ਪ੍ਰਵਾਸ ਬੰਦਾ ਉਦੋਂ ਕਰਦਾ ਜਦੋਂ ਉਹਦੀਆਂ ਆਪਦੀਆਂ ਸਰਕਾਰਾਂ ਇੰਨੀਆਂ ਨਕਮੀਆਂ ਹੋ ਜਾਂਦੀਆਂ ਵੀ ਉਹਨੂੰ ਨਾ ਸਿੱਖਿਆ ਚੱਜ ਦੀ ਦੇ ਸਕਦੀਆਂ ਨੇ, ਨਾ ਅੱਗੇ ਰੁਜ਼ਗਾਰ ਦੇ ਸਕਦੀਆਂ ਨੇ। ਹੁਣ ਜਦੋਂ ਘਰ ਦੇ ਵਿੱਚ ਕੋਈ ਵੱਡਾ ਭਰਾ ਜਾਂ ਕੋਈ ਆਸ-ਪਾਸ ਪੜੋਸ ਦਾ ਕੋਈ ਰਿਸ਼ਤੇਦਾਰ ਆ, ਜਦੋਂ ਉਹਦੀ ਹਾਲਤ ਦੇਖਦੇ ਹੋ ਵੀ ਉਹਨੇ ਨੈਟ ਵੀ ਕੀਤਾ, PhD ਵੀ ਕੀਤੀਆਂ, ਫਿਰ ਵੀ 10,000 ਤੇ ਲੱਗਿਆ ਕੁਛ, ਜਾਂ ਉਹ ਵੀ ਨਹੀਂ ਲੱਗਿਆ ਤੇ ਬੁਰੇ ਹਾਲ ਨੇ, ਤਾਂ ਫਿਰ ਘਰ ਦੇ ਹੀ ਕਹਿੰਦੇ ਆ ਵੀ ਜਿਹੜੇ ਤੇਰੇ ਨਾਲ 5-7 ਲੱਖ ਰੁਪਏ ਇੱਥੇ ਲਾਉਣਾ ਹੈ, ਉਹਦੀ ਥਾਂ ਤੇ ਅਸੀਂ ਬਾਹਰ ਤੈਨੂੰ ਜਹਾਜ਼ ਚੜਾ ਦਿੰਨੇ, ਉੱਥੇ ਆ ਕੇ ਦਿਹਾੜੀਆਂ ਕਰਕੇ ਵੱਧ ਕਮਾ ਲੇਗਾ। ਇਹ ਸਾਡੇ ਲੋਕਾਂ ਦੀ ਇਹ ਮਾਨਸਿਕਤਾ ਸਰਕਾਰ ਨੇ ਬਣਾਈ ਹੈ, ਕਿਉਂਕਿ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਤੁਹਾਨੂੰ ਇੱਥੇ ਕੁਝ ਵੀ ਦੇਣ ਲਈ ਤਿਆਰ ਨਹੀਂ, ਤੁਸੀਂ ਬਾਹਰਲੇ ਦੇਸ਼ਾਂ ਨੂੰ ਜਾਓ। ਸਰਕਾਰ ਨੇ ਦਰਅਸਲ ਇੱਕ ਛਾਨਣਾ ਲਾਤਾ। ਸਰਕਾਰ ਤਾਂ ਚਾਹੁੰਦੀ ਨਹੀਂ ਨੌਜਵਾਨ ਪੜ੍ਹਨ, ਕਿਉਂਕਿ ਜਿੰਨਾ ਪੜ੍ਹਨਗੇ ਉਹਨਾਂ ਰੁਜ਼ਗਾਰ ਮੰਗਣਗੇ, ਤੇ ਰੁਜ਼ਗਾਰ ਜਦੋਂ ਸਰਕਾਰ ਨਹੀਂ ਦਿੰਦੀ ਹੈਗੀ, ਫਿਰ ਉਹ ਲੋਕ ਜਿਹੜੇ ਨੇ ਉਹ ਸੜਕਾਂ ਤੇ ਆ ਕੇ ਸਰਕਾਰ ਦੀ ਹਾਲਤ ਖਰਾਬ ਵੀ ਕਰਦੇ ਨੇ। ਇਸ ਕਰਕੇ ਸਰਕਾਰ ਨੇ ਹੁਣ ਕੀ ਕਰਤਾ, ਇੱਕ ਛਾਨਣਾ ਲਾਤਾ 12ਵੀਂ ਤੋਂ ਬਾਅਦ ਵੀ ਬਹੁਤੇ ਬੱਚੇ ਬਾਹਰ ਨੂੰ ਆਪ ਹੀ ਜਾ ਰਹੇ ਨੇ, ਕਿਉਂਕਿ ਰੁਜ਼ਗਾਰ ਹੈ ਨਹੀਂ। ਤਾਂ ਕਿ ਮੈਨੀਫੈਸਟੋ ਦੇ ਵਿੱਚ ਵੀ ਲਿਖਤਾ ਵੀ ਜੇ ਕਿਸੇ ਨੇ ਬਾਹਰ ਜਾਣਾ 10 ਲੱਖ ਰੁਪਏ ਦੇ। ਬਿਲਕੁਲ 10 ਲੱਖ ਰੁਪਏ ਅਸੀਂ ਦੇ ਦਾਂਗੇ, ਇਹ ਮੈਨੀਫੈਸਟੋ ਦੇ ਵਿੱਚ ਜਾਰੀ ਹੋ ਰਹੀਆਂ। ਦੂਜਾ, ਕਾਲਜਾਂ ਦੇ ਅੰਦਰ ਆਈਲੈਟ ਸੈਂਟਰ ਖੁੱਲਣੇ ਸ਼ੁਰੂ ਹੋ ਗਏ ਨੇ ਮੁਫਤ ਦੇ ਵਿੱਚ। ਕਹਿ ਰਹੇ ਆ ਵੀ ਪੰਜਾਬੀ ਮਾਂ ਬੋਲੀ ਦੇ ਵਾਰਸੋ, ਕੀ ਕਰਨਾ ਮਾਂ ਬੋਲੀਆਂ ਬਚਾ ਕੇ, ਤੁਸੀਂ ਅੰਗਰੇਜ਼ੀ ਸਿੱਖੋ, ਬਾਹਰਲੇ ਮੁਲਕਾਂ ਜਾਓ, ਦਿਹਾੜੀਆਂ ਦੱਪੇ ਕਰੋ, ਉਹ ਜ਼ਿਆਦਾ ਵਧੀਆ ਗੱਲ ਹੈ। ਇੱਥੇ ਰਹਿ ਕੇ ਤੁਸੀਂ
ਮਤਲਬ ਅੰਗਰੇਜ਼ੀ ਸਿੱਖਣਾ ਜ਼ਿਆਦਾ ਤੁਹਾਨੂੰ ਤਰਜੀਹ, ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਸਿਖਾ ਕੇ ਭੇਜਦੇ ਹਾਂ ਜੇ ਤੁਹਾਡੇ ਕੋਲ ਪੈਸੇ ਵੀ ਹੈ ਨਹੀਂ। ਆਈਲੈਟਸ ਦੇ ਵਿੱਚ ਸਰਕਾਰੀ ਕਾਲਜਾਂ ਦੇ ਕਮਰਿਆਂ ਦੇ ਅੰਦਰ ਆਈਲੈਟ ਸੈਂਟਰ ਖੋਲ੍ਹੇ ਜਾ ਰਹੇ ਨੇ, ਮੁਫਤ ਦੇ ਵਿੱਚ ਆਈਲੈਟਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਇਹ ਸਰਕਾਰ ਵੱਲੋਂ ਹੋ ਰਿਹਾ। ਤੇ ਪੰਜਾਬੀ ਜਿਹੜਾ ਹੈਗਾ ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਲੋਕ ਹੈ ਨਾ ਚੱਲਦੇ ਆ, ਸਰਕਾਰਾਂ ਨੇ ਪੰਜਾਬੀ ਮਾਂ ਬੋਲੀ ਬਚਾਉਣ ਵਾਸਤੇ ਕਿੰਨੇ ਕੁ ਪ੍ਰੋਫੈਸਰ ਲਾਏ ਆ? ਪੰਜਾਬੀ ਦੇ ਸਿਰਫ 18 ਪ੍ਰੋਫੈਸਰ ਰਹਿ ਗਏ ਨੇ ਪੂਰੇ ਪੰਜਾਬ ਦੇ ਵਿੱਚ। 47 ਕਾਲਜਾਂ ਦੇ ਵਿੱਚ ਸਿਰਫ ਗਿਣਤੀ ਦੇ 18 ਪੱਕੇ ਪ੍ਰੋਫੈਸਰ ਰਹਿ ਗਏ ਨੇ। ਤੇ ਤੁਸੀਂ ਸੋਚੋ ਵੀ ਉਹ ਮਾਂ ਬੋਲੀ ਦਾ ਹਾਲ ਹੋਊਗਾ ਕੀ, ਉਹ ਹਸ਼ਰ ਹੋਊਗਾ ਕੀ। ਸਰਕਾਰ ਨੇ ਇੰਨੀਆਂ ਕੁ ਕੋਸ਼ਿਸ਼ਾਂ ਕੀਤੀਆਂ ਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਉਹ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਬਣਾਈ ਗਈ ਸੀ, ਕਿਉਂਕਿ ਭਾਸ਼ਾ ਉਦੋਂ ਹੀ ਪ੍ਰਫੁੱਲਤ ਹੋ ਸਕਦੀ ਹੈ ਜਦੋਂ ਉਸ ਭਾਸ਼ਾ ਦੇ ਵਿੱਚ ਸਾਹਿਤ ਚੰਗਾ ਹੋਵੇ, ਜਦੋਂ ਉਹਦੇ ਵਿੱਚ ਅਨੁਵਾਦ ਚੰਗੇ ਹੋਣ, ਜਦੋਂ ਦੁਨੀਆ ਭਰ ਦੀਆਂ ਜਿਹੜੀਆਂ ਚੀਜ਼ਾਂ ਨੇ, ਜਦੋਂ ਸਰੋਤ ਨੇ ਉਹ ਵਿਦਿਆਰਥੀਆਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਉਪਲਬਧ ਹੋਣ। ਤੇ ਉਹ ਬਣਾਈ ਹੀ ਇਸ ਲਈ ਗਈ ਸੀ। ਉੱਥੇ ਭਾਸ਼ਾ ਵਿਭਾਗ ਵੀ ਇਸੇ ਗੱਲ ਕਰਕੇ ਸਥਾਪਿਤ ਕੀਤਾ ਗਿਆ ਸੀ, ਪਰ ਉਹ ਭਾਸ਼ਾ ਵਿਭਾਗ ਅੱਜ ਦੇ ਸਮੇਂ 'ਚ ਲਗਭਗ ਠੱਪ ਪਿਆ। 350 ਕਰੋੜ ਰੁਪਏ ਦੇ ਘਾਟੇ ਵਿੱਚ ਉਹ ਚੱਲ ਰਹੀ ਹੈ। ਵਿਦਿਆਰਥੀ ਅਧਿਆਪਕ ਉੱਥੇ ਮਿਲ ਕੇ ਹੜਤਾਲਾਂ ਕਰ ਰਹੇ ਨੇ। ਇਹ ਹਾਲ ਕਰ ਚੁੱਕੀ ਹੈ ਸਰਕਾਰ। ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸ ਹੈ ਸਰਕਾਰ। ਦੂਜਾ, ਸਰਕਾਰ ਨੂੰ ਚਾਹੀਦਾ ਇਹ ਹੈ ਵੀ ਮਾਂ ਬੋਲੀ 'ਚ ਰੁਜ਼ਗਾਰ ਦੇਵੇ। ਜਿੰਨੀਆਂ ਭਰਤੀਆਂ ਨੇ, ਜੇ ਮੰਨ ਲਓ ਕਿਸੇ ਨੇ ਪੰਜਾਬੀ ਦਾ ਵੀ ਪ੍ਰੋਫੈਸਰ ਲੱਗਣਾ, ਉਹਨੂੰ ਅੰਗਰੇਜ਼ੀ ਦੇ ਪੇਪਰ ਸਾਰੇ ਕਲੀਅਰ ਕਰਨੇ ਪੈਂਦੇ ਨੇ BA ਤੱਕ। ਇਹ ਤਰਾਸ ਦੀ ਹੈ। ਕਿਉਂ? ਬਹੁਤੇ ਬੱਚੇ ਡ੍ਰੌਪ ਆਊਟ ਰੇਟ, ਸਭ ਤੋਂ ਵੱਧ ਡ੍ਰੌਪ ਆਊਟ ਰੇਟ ਹੈ ਪੰਜਾਬ ਦੇ ਵਿੱਚ। ਕਿਉਂ ਡ੍ਰੌਪ ਆਊਟ ਰੇਟ ਹੈ? ਕਿਉਂਕਿ ਮੰਨ ਲਓ ਹੁਣ ਜਿਵੇਂ ਸਕੂਲਾਂ ਦੇ ਵਿੱਚ ਤਾਂ ਇਹ ਹੈਗਾ ਵੀ 3 ਕਿਲੋਮੀਟਰ ਦੇ ਵਿੱਚ ਇੱਕ ਸਕੂਲ ਹੋਣਾ ਚਾਹੀਦਾ, ਲਗਭਗ 3 ਕਿਲੋਮੀਟਰ ਦੇ ਵਿੱਚ ਇੱਕ ਸਕੂਲ ਬਣਨਾ ਚਾਹੀਦਾ ਤਾਂ ਕਿ ਬੱਚੇ ਨੂੰ ਸਿੱਖਿਆ ਮਿਲੇ। ਕਾਲਜਾਂ ਦੇ ਵਿੱਚ ਇਹ ਕਿਉਂ ਨਹੀਂ ਨਿਰਧਾਰਿਤ ਕੀਤਾ ਜਾਂਦਾ ਵੀ ਇੰਨੇ ਇੱਕ ਏਰੀਏ ਦੇ ਵਿੱਚ ਇੱਕ ਕਾਲਜ ਸਰਕਾਰੀ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਚੰਗੀ ਮਿਆਰੀ ਸਿੱਖਿਆ ਮਿਲੇ? ਕਾਲਜ 50-50 ਕਿਲੋਮੀਟਰ ਦੂਰ ਵੀ ਜਾਣਾ ਪੈਂਦਾ। ਹੁਣ ਉਹਦੇ ਕਰਕੇ ਬਹੁਤਾ ਹੁੰਦਾ ਕੀ ਆ ਵੀ ਕੁੜੀਆਂ ਨੂੰ ਸਭ ਤੋਂ ਪਹਿਲਾਂ ਡ੍ਰੌਪ ਕਰਾ ਕੇ ਘਰੇ ਬਿਠਾਉਂਦੇ ਆ ਵੀ ਤੂੰ ਕੀ ਕਰਨਾ ਇੰਨੀ ਦੂਰ ਜਾ ਕੇ ਪੜ੍ਹਨਾ। ਹੋਸਟਲ ਦੇ ਵਿੱਚ ਰੋਕਣ ਲਈ ਜਾਂ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੋ ਜਿਹੀ ਆਪਣੀ ਮਾਨਸਿਕਤਾ ਹੈ, ਲੜਕੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਪੜ੍ਹਾਉਣ ਲਈ। ਉਹ ਤਾਂ ਜੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਨੇੜੇ ਤੇੜੇ ਕੋਈ ਕਾਲਜ ਹੋਵੇ ਤਾਂ ਉਹ ਪੜ੍ਹ ਲੈਂਦੀਆਂ ਨੇ, ਨਹੀਂ ਤਾਂ ਉਹਨਾਂ ਲਈ ਤਾਂ ਬੂਹੇ ਬੰਦ ਸਰਕਾਰ ਨੇ ਕਰ ਦਿੱਤੇ ਨੇ ਵੀ ਜਿੰਨੇ ਕਾਲਜ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਨੂੰ ਲਗਭਗ ਜੇ 47 ਕਾਲਜ ਰਹਿ ਗਏ ਤਾਂ ਸੋਚ ਲਓ ਵੀ ਕਿੰਨੇ ਕੁ ਕਾਲਜ, ਸ਼ਹਿਰਾਂ ਦੇ ਵਿੱਚ ਇੱਕ ਕਾਲਜ ਵੀ ਨਹੀਂ ਪੈਂਦਾ। 50-50 ਕਿਲੋਮੀਟਰ ਦੂਰ ਵੀ ਉਹਨਾਂ ਨੂੰ ਪੜ੍ਹਨ ਜਾਣਾ ਪੈ ਰਿਹਾ। ਇਹ ਹਾਲ ਹੈ ਅੱਜ ਦੇ ਵਿੱਚ ਸਿੱਖਿਆ ਦਾ। ਇਹ ਹਾਲ ਆ। ਡ੍ਰੌਪ ਆਊਟ ਰੇਟ ਇਸੇ ਕਰਕੇ ਲਗਾਤਾਰ ਵੱਧਦਾ ਜਾ ਰਿਹਾ ਵਾ ਲਗਾਤਾਰ। ਤੇ ਇੱਕ ਜਿਹੜਾ ਹੈਗਾ ਤੁਹਾਡੀ ਯੂਨੀਵਰਸਿਟੀ ਹੈ, ਮੈਂ ਸੁਣਿਆ ਵੀ ਹੁਣ ਤੁਸੀਂ ਇੱਥੇ ਪੁੱਛਾਂ ਦਿਆ ਕਰੋ, ਮਤਲਬ ਕਿ ਜੋਤਿਸ਼ ਵਿਦਿਆ ਵਾਲੇ ਵੀ ਕੋਰਸ ਸ਼ੁਰੂ ਕਰਾਈ ਜਾਂਦੇ। ਅਸੀਂ ਨਹੀਂ ਸ਼ੁਰੂ ਕਰਾਏ, ਇੱਥੇ ਵਾਈਸ ਚਾਂਸਲਰ ਇੱਕ ਸੰਘੀ ਬਿਠਾਇਆ ਹੋਇਆ, ਉਹਦੀ ਇਹ ਇੱਕੋ ਇੱਕ ਜਿਵੇਂ ਸੰਘੀਆਂ ਦਾ ਸਾਰੇ ਪਾਸੇ ਜ਼ੋਰ ਲੱਗਿਆ ਹੋਇਆ। ਇਹਨਾਂ ਨੇ ਨਾ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ। ਸਿੱਖਿਆ ਨੀਤੀ 86 ਦੇ ਵਿੱਚ ਪਿਛਲੀ ਸੀਗੀ, ਉਸ ਤੋਂ ਬਾਅਦ ਹੁਣ ਆਈ ਹੈ ਇਹ। ਤੇ ਸਿੱਖਿਆ ਨੀਤੀ ਅਸਲ ਵਿੱਚ ਤਾਂ ਹਾਕਮ ਜਿਹੜੇ ਹੁੰਦੇ ਨੇ ਉਹ ਆਪਦੇ ਹਿਸਾਬ ਨਾਲ ਸਿੱਖਿਆ ਨੂੰ ਮੋਲਡ ਕਰਨ ਦੇ ਲਈ ਲੈ ਕੇ ਆਉਂਦੇ ਨੇ। ਹੁਣ RSS BJP ਸੱਤਾ ਤੇ ਕਾਬਜ ਹੈ। ਇਹਨਾਂ ਦਾ ਇਹੀ ਇੱਕੋ ਇੱਕ ਟੀਚਾ ਹੈ ਵੀ ਸਾਰੀ ਜਿਹੜੀਆਂ ਕਾਲਜ ਯੂਨੀਵਰਸਿਟੀਆਂ ਖਾਸ ਤੌਰ ਤੇ ਇੱਥੋਂ ਜਿਹੜੇ ਵਿਦਿਆਰਥੀ ਨਿਕਲਦੇ ਨੇ, ਜੇ ਉਹ ਚੰਗੀ ਸੋਚ ਲੈ ਕੇ ਨਿਕਲਣਗੇ, ਜੇ ਉਹ ਭਗਤ ਸਰਾਭੇ ਪੜ੍ਹਨਗੇ, ਜੇ ਉਹ ਆਪਦਾ ਇਤਿਹਾਸ ਵਿਰਸਾ ਪੜ੍ਹਨਗੇ, ਜੇ ਉਹ ਗਦਰ ਵਰਗੀਆਂ ਲਹਿਰਾਂ ਪੜ੍ਹਨਗੇ ਤਾਂ ਉਹ ਗਦਰ ਮਚਾਉਣਗੇ ਆ ਕੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਗਾਇਬ ਕਰ ਦਿਓ। ਪਾਸ਼ ਦੀਆਂ ਕਵਿਤਾਵਾਂ ਅਸੀਂ ਦੇਖਿਆ ਪਿਛਲੇ ਸਮਿਆਂ 'ਚ ਸਿਲੇਬਸਾਂ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ, ਤਾਂ ਉਹਦੀ ਥਾਂ ਉੱਤੇ ਇਹਨਾਂ ਨੇ ਸਿਲੇਬਸਾਂ ਦੇ ਵਿੱਚ ਸੋਧ ਕਰਨ ਦੀਆਂ ਗੱਲਾਂ ਨਵੀਂ ਸਿੱਖਿਆ ਨੀਤੀ ਜ਼ਰੀਏ ਕਰ ਰਹੇ ਨੇ ਵੀ ਉਹਨੂੰ ਭਗਵਾਂ ਬਣਾਇਆ ਜਾਵੇ। ਉਹਦੇ ਵਿੱਚ ਜੋਤਿਸ਼ ਵਰਗੇ ਕੋਰਸ ਸ਼ੁਰੂ ਕੀਤੇ ਜਾਣ, ਪੁਰਾਤਨ ਵਿਦਿਆ ਦੇ ਨਾਮ ਉੱਤੇ, ਪ੍ਰਾਚੀਨ ਭਾਰਤ ਦੇ ਨਾਮ ਉੱਤੇ, ਮਹਾਭਾਰਤ ਜਿਹੜੀਆਂ ਪੁਰਾਣੀਆਂ ਪਤਾ ਨਹੀਂ ਚੱਕ ਕੇ ਵੇਦਾਂ ਵੂਦਾਂ ਵਾਲੀਆਂ ਪੜ੍ਹਾਈਆਂ ਸ਼ੁਰੂ ਕਰਾਈਆਂ ਜਾਣ। ਇੱਥੇ ਵੀ ਸੰਘੀ ਵਾਈਸ ਚਾਂਸਲਰ ਲੱਗੇ ਇਹਦੀ ਦਰਅਸਲ ਕੋਸ਼ਿਸ਼ਾਂ ਤੱਕ ਵਾਹਵਾ ਟਾਈਮ ਤੋਂ ਚੱਲ ਰਹੀਆਂ ਸੀ ਵੀ ਇਹਨੂੰ ਸ਼ੁਰੂ ਕੀਤਾ ਜਾਵੇ 2 ਸਾਲ ਪਹਿਲਾਂ, ਕਿਉਂਕਿ ਸੈਨੇਟ ਸੀ ਇੱਥੇ, ਇਸ ਕਰਕੇ ਉਹ ਸੰਭਵ ਨਹੀਂ ਹੋ ਸਕਿਆ। ਅੱਜ ਦੇ ਸਮੇਂ 'ਚ ਸਾਲ ਤੋਂ ਇਹ ਸੈਨੇਟ ਦੀਆਂ ਚੋਣਾਂ ਲਗਾਤਾਰ ਰੱਦ ਕਰ ਰਿਹਾ ਤੇ ਇਸ ਵੇਲੇ ਉਹ ਇਹਨੇ ਕਰਵਾ ਲਿਆ, ਧੱਕੇ ਨਾਲ ਸ਼ੁਰੂ ਕਰ ਦਿੱਤਾ। ਉਹਦੀ ਫੀਸ 6000 ਰੱਖੀ ਹੈ। ਬਾਕੀ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਦੀ ਫੀਸ ਘੱਟੋ ਘੱਟ 10 ਤੋਂ 15000 ਹੈ, ਸਿਰਫ ਇਹਦੀ 6000 ਰੱਖ ਦਿੱਤੀ ਗਈ। ਇਹ ਦੇਖੋ ਵੀ ਜਿਹੜਾ 6000 ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਦਾ ਭਵਿੱਖ ਦੇਖ ਲਿਆ ਕਰੋਗੇ, ਇਦੋਂ ਵਧੀਆ ਕੀ ਹੋ ਸਕਦਾ ਹੈ ਨਾ। VC ਨੂੰ ਮੈਨੂੰ ਲੱਗਦਾ ਸ਼ਾਇਦ ਆਪਣਾ ਭਵਿੱਖ ਨਹੀਂ ਦੇਖਦਾ ਵੀ ਜਿੱਡੇ ਜ਼ਿਆਦਾ ਤੁਸੀਂ ਵਿਦਿਆਰਥੀਆਂ ਨੂੰ ਤੰਗ ਕਰੋਗੇ, ਉਹਨੂੰ ਸ਼ਾਇਦ ਮੈਨੂੰ ਲੱਗਦਾ ਇਹ ਪਤਾ ਲੱਗ ਗਈ ਹੈ ਗੱਲ ਵੀ ਵਿਦਿਆਰਥੀਆਂ ਨੇ ਕੀ ਕਰਨਾ। ਆਹ ਜਿਹੜਾ ਸੜਕ ਜਿੱਥੇ ਆਪਾਂ ਖੜੇ ਹਾਂ ਅੱਜ, ਇਹਨੂੰ ਬਲੌਕ ਕੀਤਾ ਗਿਆ ਸੀ। ਆਹ ਗਮਲੇ ਰੱਖ ਕੇ, ਗਮਲੇ ਚੰਗੇ ਲੱਗਦੇ ਆ, ਸੋਹਣੇ ਲੱਗਦੇ ਆ, ਪਰ ਉਹ ਸੜਕਾਂ ਤੇ ਨਹੀਂ ਚੰਗੇ ਲੱਗਦੇ, ਉਹ ਪਾਸਿਆਂ ਤੇ ਸ਼ਿੰਗਾਰ ਦੇ ਲਈ ਹੀ ਚੰਗੇ ਲੱਗਦੇ ਆ। ਜਾਣਬੁੱਝ ਕੇ ਸੜਕ ਦੇ ਉੱਤੇ ਗਮਲੇ ਰੱਖ ਕੇ ਇਹਨੂੰ ਬੰਦ ਕਰ ਦਿੱਤਾ ਗਿਆ ਸੀ 2 ਸਾਲ ਤੋਂ। ਤੇ ਇਹਦਾ ਕਾਰਨ ਜਦੋਂ ਸਾਨੂੰ ਪਤਾ ਲੱਗਦਾ ਬੜਾ ਹਾਸੋ ਹੀ ਨਾ ਵੀ ਵਾਈਸ ਚਾਂਸਲਰ ਦਾ ਦਫ਼ਤਰ ਹੈ ਇੱਧਰ ਪੱਛਮ ਹੈ, ਵੀ ਪੱਛਮ ਵਾਲੇ ਪਾਸਿਓਂ ਉਹਨੂੰ ਪਤਾ ਨਹੀਂ ਕਿਹੜਾ ਗ੍ਰਹਿਣ ਆ ਕੇ ਚਿੰਬੜਨਾ ਇਹਨੂੰ ਵੀ ਚੰਗਾ ਨਹੀਂ ਹੁੰਦਾ। ਇੱਧਰਲੀ ਸਾਰੀ ਐਂਟਰੈਂਸ ਬਲੌਕ ਕੀਤੀ ਜਾਵੇ ਤੇ ਇੱਥੇ ਬੈਰੀਕੇਡ ਰੱਸੇ ਲਾ ਕੇ ਬੰਦ ਕਰ ਦਿੱਤਾ ਗਿਆ। ਪਰ ਕੱਲ ਵਿਦਿਆਰਥੀਆਂ ਨੇ ਫਿਰ ਆਪਦੇ ਧੱਕੇ ਦੇ ਦਮ ਉੱਤੇ ਇਹਨੂੰ ਖੁਲਵਾਇਆ। ਵਿਦਿਆਰਥੀ ਜਥੇਬੰਦੀਆਂ ਨੇ ਇੱਥੇ ਮਿਲ ਕੇ ਇੱਕ ਜਿਹੜਾ ਹੈਗਾ ਲਾਸਟ 1-2 ਸਵਾਲ ਆ ਵੀ ਪੰਜਾਬ ਦੇ ਲੋਕ ਬੜੇ ਆਪਾਂ ਕਹੀਏ ਭਾਵੁਕ ਆ, ਹਰ ਚੀਜ਼ ਤੇ ਉਹ ਡੋਨੇਸ਼ਨ ਦੇਣ ਨੂੰ ਤਿਆਰ ਆ, ਹੈ ਨਾ। ਤੇ ਮੰਨ ਲਓ ਚਾਹੇ ਆਪਾਂ ਅੰਦੋਲਨ ਕਰਦੇ ਆ, ਚਾਹੇ ਕਿਤੇ ਕੋਈ ਆਪਾਂ ਕਹੀਏ ਹੜ੍ਹ ਆ ਜਾਂਦੇ ਆ, ਇੱਕ ਗੱਲ ਦੇਖਿਆ ਜਾਵੇ ਪੰਜਾਬ ਦੇ ਵਿੱਚੋਂ ਸਿੱਖਿਆ ਬਿਲਕੁਲ ਖਤਮ ਹੋ ਰਹੀ ਆ ਲਗਾਤਾਰ। ਕਿ ਪੰਜਾਬ ਦੇ ਜਿਹੜੇ ਲੋਕ ਸੰਜੀਦਾ, ਇਹਨੂੰ ਜਿਹੜੇ ਲੋਕ ਤੁਹਾਨੂੰ ਕੋਈ ਸਪੋਰਟ ਕਰ ਸਕਦੇ ਇਹਨਾਂ ਸੰਸਥਾਵਾਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਦੇਖੋ ਜੀ, ਪਹਿਲਾਂ ਤਾਂ ਮੈਂ ਮੰਨਦੀ ਹਾਂ ਵੀ ਇਹ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ। ਜਿਹੜੀ ਸਰਕਾਰ ਸਾਡੇ ਤੋਂ ਕਰੋੜਾਂ ਰੁਪਈਆ ਟੈਕਸ ਦਾ ਵਸੂਲਦੀ ਹੈ, ਉਹ ਇਸ ਗੱਲ ਉੱਤੇ ਵੀ ਤੁਹਾਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਹ ਸਿੱਖਿਆ ਹੋਵੇ, ਉਹ ਸਿਹਤ ਹੋਵੇ, ਸਰਕਾਰੀ ਸੁਵਿਧਾਵਾਂ ਮਿਲਣਗੀਆਂ। ਇਸ ਕਰਕੇ ਪਹਿਲੀ ਜ਼ਿੰਮੇਵਾਰੀ ਪਹਿਲ ਦੇ ਆਧਾਰ ਉੱਤੇ ਸਰਕਾਰ ਦੀ ਹੈ ਵੀ ਉਹ ਸਰਕਾਰੀ ਸਕੂਲ ਕਾਲਜ ਖੋਲ੍ਹੇ। ਦੂਸਰੀ ਗੱਲ, ਬਹੁਤੇ ਲੋਕ ਆਪਦੇ ਵੱਲੋਂ ਡੋਨੇਸ਼ਨਸ ਵੀ ਦਿੰਦੇ ਨੇ, ਕਰਦੇ ਵੀ ਨੇ। ਜੇ ਅੱਜ ਸਾਡੇ ਪੰਜਾਬ ਦੇ ਵਿੱਚ ਬਹੁਤੇ ਸਕੂਲ, ਸਰਕਾਰੀ ਸਕੂਲਾਂ ਦੀ ਹਾਲਤ ਇਸ ਕਰਕੇ ਵਧੀਆ ਹੋ ਗਈ ਕਿਉਂਕਿ ਉੱਥੇ ਉਹ ਪਿੰਡ ਦੇ ਕੋਈ NRI ਨੇ, ਪਿੰਡ ਦੇ ਕੋਈ ਸਰਪੰਚ ਆ, ਪੰਚਾਇਤ ਆ, ਉਹਨਾਂ ਨੇ ਸਵਾਰਤੀ ਸਰਕਾਰ ਵੱਲੋਂ ਇਹ ਕੋਈ ਬਹੁਤੇ ਉਦਮ ਨਹੀਂ ਲਏ ਗਏ। ਪਰ ਫਿਰ ਵੀ ਜਿਵੇਂ ਜਿਹੜੀ ਗੱਲ ਕਰਦੇ ਨੇ ਵੀ ਲੋਕ ਡੋਨੇਸ਼ਨਾਂ ਦੇ ਕੇ ਕਾਲਜ ਬਣਾ ਵੀ ਦਿੰਦੇ ਨੇ, ਪਰ ਇੱਥੇ ਢੁੱਡੀਕੇ ਦੇ ਕਿਸੇ ਕਿਸਾਨ ਨੇ ਆਪਦੀ ਸਾਰੀ ਜ਼ਮੀਨ ਦੇ ਕੇ ਭਰਤ ਪਵਾ ਕੇ ਸਰਕਾਰੀ ਕਾਲਜ ਦੇ ਲਈ ਥਾਂ ਦਿੱਤੀ ਤੇ ਉਸ ਕਾਲਜ ਦਾ ਅੱਜ ਦੇਖੋ ਉੱਥੇ ਜਾ ਕੇ ਹਾਲ ਕੀ ਕੀਤਾ ਪਿਆ। ਉਸ ਕਾਲਜ ਦਾ ਸਰਕਾਰ ਤੋਂ ਸਾਂਭੇ ਵੀ ਨਹੀਂ ਜਾਂਦੇ। ਗੱਲ ਤਾਂ ਉੱਥੇ ਨਾ ਵੀ ਜਦੋਂ ਅਧਿਆਪਕ ਹੀ ਨਹੀਂ ਭਰਤੀ ਕੀਤੇ, ਜਦੋਂ ਬਿਲਡਿੰਗਾਂ ਦੀ ਰੱਖ ਰਖਾਈ ਨਹੀਂ ਕਰਨਾ, ਜਦੋਂ MLA ਏਡੇ ਘਟੀਆ ਬਿਆਨ ਦਿੰਦੇ ਨੇ ਵੀ ਸਾਡਾ ਕੰਮ ਸਿਰਫ ਫੰਡ ਲਿਆਉਣਾ ਹੈ, ਤੇ ਜਦੋਂ ਸਰਕਾਰ ਸਾਰਾ ਪੈਸਾ ਸਿੱਖਿਆ ਖੇਤਰ ਤੋਂ ਬਾਹਰ ਖਿੱਚ ਰਹੀ ਹੈ ਤੇ ਆਪਦੇ MLA ਨੂੰ ਗੱਡੀਆਂ ਇਨੋਵਾ ਵਰਗੀਆਂ ਦੇ ਰਹੀ ਹੈ, ਤਾਂ ਉਹਨਾਂ ਦੀਆਂ ਇੰਨੀਆਂ ਪੈਨਸ਼ਨਾਂ ਵੱਧ ਰਹੀਆਂ ਨੇ, ਤਾਂ ਉਸ ਵੇਲੇ ਮੈਨੂੰ ਲੱਗਦਾ ਵੀ ਅਸੀਂ ਜ਼ਰੂਰ ਆਪਣੇ ਪੱਧਰ ਤੇ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਹਾਂ, ਕਰ ਸਕਦੇ ਹਾਂ, ਪਰ ਉਹ ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਬਣਾਉਣਾ ਉਹ ਜ਼ਿਆਦਾ ਜ਼ਰੂਰੀ ਹੈ। ਇੱਕ ਲੋਕ ਲਹਿਰ ਖੜੀ ਕਰਨੀ ਜ਼ਿਆਦਾ ਜ਼ਰੂਰੀ ਆ। ਲੋਕਾਂ ਦੇ ਪ੍ਰੈਸ਼ਰ ਤੋਂ ਬਿਨਾਂ ਇਹ ਸੰਭਵ ਨਹੀਂ ਵੀ ਸਰਕਾਰ, ਕਿਉਂਕਿ ਅੱਜ ਜੇ ਦੇਖੋ ਨਾ, ਜੇ 4 ਸਰਕਾਰੀ ਕਾਲਜ ਬੰਦ ਹੋਏ ਨੇ ਜਾਂ ਸਿੱਖਿਆ ਦਾ ਪੱਧਰ ਇੰਨਾ ਨੀਵਾਂ ਗਿਆ, ਉਹ ਗਿਆ ਕਿਉਂ? ਜੇ ਮੰਨ ਲਓ 70ਵਿਆਂ ਦੇ ਵਿੱਚ ਕਿਸੇ ਪੁੱਛ ਕੇ ਦੇਖੋ, 70ਵੇਂ 80ਵਿਆਂ ਦੇ ਵਿੱਚ ਵਿਦਿਆਰਥੀ ਲਹਿਰ ਹੁੰਦੀ ਸੀ, PSU ਦੀ ਵਿੱਚ ਪੰਜਾਬ ਦੇ ਵਿੱਚ ਚੜ੍ਹਤ ਹੁੰਦੀ ਸੀ ਪੂਰੀ। ਉਸ ਵੇਲੇ ਹੁੰਦਾ ਸੀ ਵੀ ਇੱਕ ਸੱਦੇ ਤੇ ਪੂਰਾ ਪੰਜਾਬ ਬੰਦ ਹੋ ਜਾਂਦਾ ਸੀ। ਸਰਕਾਰ ਨੇ ਇੱਕ ਵਾਰ ਬੱਸ ਕਿਰਾਏ ਵਧਾਏ ਸੀ ਕੁਛ ਕੁ ਪੈਸੇ, ਤੇ ਉਹਨਾਂ ਨੇ ਉਦੋਂ ਸੱਦਾ ਦਿੱਤਾ ਸੀ ਵੀ ਪੰਜਾਬ ਬੰਦ ਕਰੋ, ਤੇ ਸਾਰਾ ਪੰਜਾਬ ਦੇ ਲੋਕ ਸੜਕਾਂ ਤੇ ਆ ਗਏ ਸੀ, ਪੰਜਾਬ ਬੰਦ ਹੋ ਗਿਆ ਸੀ, ਸਰਕਾਰ ਨੂੰ ਆਪਦਾ ਉਹ ਫਰਮਾਨ ਵਾਪਸ ਲੈਣਾ ਪਿਆ ਸੀ। ਇਸ ਕਰਕੇ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀ ਜੇ ਲੋਕ ਲਹਿਰਾਂ ਤਗੜੀਆਂ ਨੇ, ਜੇ ਵਿਦਿਆਰਥੀਆਂ ਦੀ, ਹੋਰ ਮੁਲਾਜ਼ਮਾਂ ਦੀਆਂ ਮੂਵਮੈਂਟਾਂ ਤਗੜੀਆਂ ਨੇ, ਉਹ ਇਕੱਠੇ ਨੇ, ਜਥੇਬੰਦ ਨੇ, ਤਾਂ ਫਿਰ ਸਰਕਾਰਾਂ ਦੀਆਂ ਗੋਡਰੀਆਂ ਅਸੀਂ ਲਵਾ ਦਾਂਗੇ, ਕਾਲਜ ਵੀ ਖੁਲਵਾ ਲਾਂਗੇ, ਅਧਿਆਪਕਾਂ ਦੀਆਂ ਭਰਤੀਆਂ ਵੀ ਕਰਾ ਲਾਂਗੇ। ਗੱਲ ਸਾਡੇ ਉੱਤੇ ਆ, ਸਾਡੀ ਤਾਕਤ ਕਿੱਡੀ ਕੁ, ਅਸੀਂ ਸਾਡੀਆਂ ਜ਼ਮੀਰਾਂ ਕਿੰਨੀਆਂ ਕੁ ਜਾਗਦੀਆਂ ਤੇ ਅਸੀਂ ਸੜਕਾਂ ਤੇ ਆ ਕੇ ਕਿੰਨਾ ਕੁ ਕੁਛ ਕਰਦੇ ਆ। ਫਿਰ ਇੱਕ ਤੁਹਾਡੀ ਗੱਲ ਚੋਂ ਗੱਲ ਆ, ਲਾਸਟ ਸਵਾਲ ਆ ਵੀ ਕੀ ਜਿਹੜਾ ਹੈਗਾ ਆਮਨ ਇਕੱਲੀ ਹੁਣ ਇੰਟਰਵਿਊਆਂ ਦੇ ਕੇ ਆਪਦਾ ਜਿਹੜਾ ਪੱਲਾ ਝਾੜ ਲੂ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਮੂਵਮੈਂਟ ਵੀ ਖੜੀ ਕਰ ਰਹੀ? ਨਹੀਂ ਜੀ, ਬਿਲਕੁਲ। ਮੈਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਨਾਲ ਕੰਮ ਕਰਦੀ ਹਾਂ। ਅਸੀਂ ਪੰਜਾਬ ਦੇ ਵਿੱਚ ਅੱਡ-ਅੱਡ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ 3 ਮੇਨ ਯੂਨੀਵਰਸਿਟੀਆਂ ਨੇ, ਉੱਥੇ ਵੀ ਕੰਮ ਕਰਦੇ ਹਾਂ। ਉੱਥੇ ਵਿਦਿਆਰਥੀਆਂ ਨੂੰ ਜਥੇਬੰਦ ਕਰ ਰਹੇ ਹਾਂ। ਇੱਥੇ ਵੀ ਜਿਵੇਂ ਪੱਕਾ ਮੋਰਚਾ ਲੱਗਿਆ ਹੋਇਆ ਯੂਨੀਵਰਸਿਟੀ ਬਚਾਉਣ ਲਈ, ਸੈਨੇਟ ਬਚਾਉਣ ਲਈ। ਚੰਡੀਗੜ੍ਹ 'ਚ ਚੰਡੀਗੜ੍ਹ ਪੰਜਾਬੀ ਮੰਚ ਹੈ ਜਿਹੜਾ ਇਹ ਗੱਲ ਦੀ ਮੰਗ ਕਰਦਾ ਵੀ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਜਾਵੇ। ਉਹਦੇ ਵਿੱਚ ਹਮੇਸ਼ਾ ਉਹ ਜਿੰਨੇ ਪ੍ਰੋਗਰਾਮ ਹੁੰਦੇ ਨੇ ਉਹਦੇ ਵਿੱਚ ਜਾਂਦੇ ਹਾਂ। ਸਰਕਾਰੀ ਕਾਲਜ ਬਚਾਓ ਮੰਚ ਬਣਿਆ ਇਸ ਸਿੱਖਿਆ ਨੂੰ ਬਚਾਉਣ ਦੇ ਲਈ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਭਰਤੀ ਕਰਾਉਣ ਦੇ ਲਈ। ਇਸ ਕਰਕੇ ਉਹਦੇ ਵਿੱਚ ਵੀ ਅਸੀਂ ਪੂਰਾ ਬਰਾਬਰ ਦਾ ਯੋਗਦਾਨ ਪਾ ਰਹੇ। ਇਸ ਕਰਕੇ ਇਕੱਲਾ ਬੋਲਣਾ ਨਹੀਂ, ਸਾਨੂੰ ਆਉਣਾ ਪੈਣਾ ਸੜਕਾਂ ਤੇ। ਅਸੀਂ ਆਪ ਵੀ ਆਉਂਦੇ ਹਾਂ ਤੇ ਆ ਕੇ ਹੀ ਕੁਝ ਬਣ ਸਕਦਾ। ਉਹਦੀਆਂ ਇੱਕ ਪਹਿਲਾਂ DPA ਦਫ਼ਤਰ ਧਰਨਾ ਦਿੱਤਾ ਜਾ ਚੁੱਕਿਆ ਮੋਹਾਲੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਕਮੇਟੀ ਦੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਧਰਨਾ, ਵੱਡਾ ਐਲਾਨ ਫੇਰ ਤੋਂ ਦਿੱਤਾ ਜਾਊਗਾ। ਧੰਨਵਾਦ। ਬਹੁਤ ਸੋ ਇੱਕ ਗੱਲ ਉਹ ਆ ਵੀ ਕਹਿੰਦਾ ਤੂੰ ਕਿਹੜਿਆਂ ਦੁੱਖਾਂ ਦੀ ਗੱਲ ਕਰਦੀ ਨਹੀਂ, ਪੋਟਾ ਦੁਖੀ ਵੈਰਨੇ ਵਾਲਾ ਕੰਮ ਹੋਇਆ ਪਿਆ। ਹਰ ਥਾਂ ਦੇ ਉੱਤੇ ਤਰਾਸਦੀ ਆ ਕਿਸਾਨਾਂ ਦੀ ਹਾਲਾਤ ਤੋਂ ਲੈ ਕੇ ਵਿਦਿਆਰਥੀਆਂ ਤੱਕ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਆ ਇਹ ਇੱਕ ਪਿੜ ਬਣ ਜਾਣਾ ਜੰਗ ਦਾ। ਜੰਗ ਕੀ, ਜਿਹਦੇ ਵਿੱਚ ਪੰਜਾਬ ਦੇ ਪਾਣੀ ਬਚਾਉਣ ਦੀ ਹੋਣੀ ਹੈ ਜੰਗ, ਜਿਹੜੀ ਹੈਗੀ ਆ ਇੱਥੋਂ ਦੀਆਂ ਨਸਲਾਂ ਬਚਾਉਣ ਦੀ, ਇੱਥੋਂ ਦੀ ਸਿੱਖਿਆ ਬਚਾਉਣ ਦੀ, ਇੱਥੋਂ ਦੇ ਸੱਭਿਆਚਾਰ ਬਚਾਉਣ ਦੀ ਹੋਣੀ ਆ। ਸ਼ਾਇਦ ਉਹਦਾ ਜਿਹੜਾ ਇੱਕ ਮੋਢਾ ਕਿਸਾਨ ਅੰਦੋਲਨ ਨੇ ਬੰਨ੍ਹਿਆ, ਜਿਹਦੇ ਵਿੱਚ ਸਾਰੇ ਵਿਦਿਆਰਥੀ ਵੀ ਸ਼ਿਰਕਤ ਕਰਦੇ ਰਹਿੰਦੇ ਆ, ਹਰ ਕੋਈ ਆਪਦਾ ਜਿਹੜਾ ਹੈਗਾ ਯੋਗਦਾਨ ਹੀ ਪਾਉਂਦਾ ਰਹਿੰਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗਾ ਬਹੁਤ ਇੱਕ ਨਸ਼ੇ ਦੇ ਮੁੱਦੇ ਤੇ ਬਹੁਤ ਵੱਡਾ ਜੰਗ ਲੱਗੂਗੀ, ਤੇ ਇਹ ਸਾਰੀਆਂ ਜੰਗਾਂ ਤੁਹਾਨੂੰ ਲੜਨੀਆਂ ਪੈਣਗੀਆਂ ਜਿਹੜੇ ਤੁਸੀਂ ਦੇਖ ਰਹੇ ਹੋ। ਇਹ ਗੱਲ ਯਾਦ ਰੱਖੋ, ਹਰ ਇੱਕ ਦੀ ਇਹਦੇ 'ਚ ਜ਼ਿੰਮੇਵਾਰੀ ਲੱਗਣੀ ਆ। ਕਿਸੇ ਦੀ ਸੜਕਾਂ ਤੇ ਆ ਕੇ, ਕਿਸੇ ਦੀ ਸੋਸ਼ਲ ਮੀਡੀਆ ਤੇ ਰੌਲਾ ਪਾ ਕੇ, ਤੇ ਕਿਸੇ ਦੀ ਜਿਹੜਾ ਹੈਗਾ ਆਪਦੀ ਤਿਲ ਫੁੱਟ ਲਪੇਟਾ ਕਰਕੇ। ਤਿਆਰ ਰਹੋ ਪੰਜਾਬੀਓ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜੰਗ ਦਾ ਜਿਹੜਾ ਬਿਗਲ ਵੱਜ ਚੁੱਕਿਆ। ਹੁਣ ਦਿੱਲੀੋਂ ਜਿਹੜਾ ਪੰਜਾਬ ਵੱਲ ਆਵਾਂਗੇ, ਉਹਨੂੰ ਸੁਧਾਰਾਂਗੇ ਆਪਾਂ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।